हाँ जी, सत श्री अकाल बई सारिਆਂ ਨੂੰ ਸਾਡੇ YouTube ਚੈਨਲ ਪੰਜਾਬ ਕਲਾਸੀ ਜਲਾਲਾਬਾਦ ਦੇ ਉੱਪਰ ਤੁਹਾਡਾ ਸਵਾਗਤ ਹੈ। ਸੋ ਮੇਰੇ ਪਿਆਰੇ ਬੱਚਿਓ ਕਿ ਜਿੱਦਾਂ ਆਪਾਂ ਇੱਕ ਫਾਊਂਡੇਸ਼ਨ ਬੈਚ ਦਾ ਸਟਾਰਟ ਕੀਤਾ ਸੀ, ਅੱਜ ਆਪਣੀ ਉਸ ਦੀ ਸੈਕੰਡ ਕਲਾਸ ਆ। ਸੈਕੰਡ ਕਲਾਸ ਦੇ ਵਿੱਚ ਅੱਜ ਆਪਾਂ ਬਹੁਤ ਸਾਰੇ ਸਮ ਸੋਲਵ ਕਰਾਂਗੇ ਜਿਹੜੇ ਕਿ ਪਿਛਲੇ ਪੰਜਾਬ ਦੇ ਪੇਪਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇ। ਸੋ ਲਾਸਟ ਕਲਾਸ ਦੇ ਵਿੱਚ ਆਪਾਂ ਮੇਰੇ ਪਿਆਰੇ ਜੀ ਬੱਚਿਓ ਜਿਨ੍ਹਾਂ ਨੇ ਇੱਕ ਵਾਰ ਨਹੀਂ ਦੇਖੀ ਇੱਕ ਵਾਰ ਜ਼ਰੂਰ ਜਾ ਕੇ ਦੇਖੋ ਕਿ ਜਿਸ ਦੇ ਵਿੱਚ ਆਪਾਂ ਬੇਸਿਕ ਫ੍ਰੈਕਸ਼ਨ ਪੜਿਆ ਸੀਗਾ, ਬੇਸਿਕ ਪਰਸੈਂਟੇਜ ਬਾਰੇ ਪੜਿਆ ਸੀਗਾ, ਬੇਸਿਕ ਫ੍ਰੈਕਸ਼ਨ ਬਾਰੇ ਪੜਿਆ ਸੀਗਾ, ਜਿਸ ਦੇ ਵਿੱਚ ਆਪਾਂ ਇਹ ਜਾਣਿਆ ਸੀਗਾ ਕਿ ਫ੍ਰੈਕਸ਼ਨ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਤੋੜ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਬਣਾ ਸਕਦੇ ਹਾਂ, परसेंट ਨੂੰ फ्रैक्शन ਦੇ ਵਿੱਚ ਕਿਸ ਤਰ੍ਹਾਂ ਲਿਜਾਂਦੇ ਆ ਜਾਂ ਫਿਰ फ्रैक्शन ਨੂੰ परसेंट ਨੂੰ ਕਿਸ ਤਰੀਕੇ ਨਾਲ ਲਿਜਾਂਦੇ ਆ ਜਾਂ ਫਿਰ परसेंटेज ਨੂੰ फ्रैक्शन ਦੇ ਵਿੱਚ ਕਿਸ ਤਰੀਕੇ ਨਾਲ ਲਿਜਾਂਦੇ ਆ। ਇਹ ਦੋ ਬੇਸਿਕ ਕਨਸੈਪਟ ਆਪਾਂ ਜਾਣੇ ਸੀ। ਸੋ ਇਹਨਾਂ ਦੇ ਲੈਵਲ ਤੇ ਜਿਹੜੇ ਛੋਟੇ ਛੋਟੇ ਸਮ ਸੀਗੇ ਆਪਾਂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਔਰ ਇੱਕ ਇਹਨਾਂ ਦੇ ਵਿੱਚ ਨਵਾਂ ਜਿਹਾ ਕਨਸੈਪਟ ਆਪਾਂ ਅਪਲਾਈ ਕੀਤਾ ਸੀਗਾ ਕਿ ਜਿਸ ਦੇ ਵਿੱਚ ਆਪਾਂ ਇਹ ਦੇਖਿਆ ਸੀਗਾ ਕਿ ਆਪਾਂ ਜੇਕਰ ਕਿਸੇ ਵੀ ਕੁਐਸਚਨ ਨੂੰ ਪਰਸੈਂਟ ਕਰਦੇ a% ਆਫ b ਜਾਂ b% ਆਫ a ਇਸ ਤਰੀਕੇ ਦੀ ਜਿਹੜੀ ਕੁਐਸਚਨ ਹੈਗੇ ਆ ਉਹਨਾਂ ਨੂੰ ਆਪਾਂ ਸੋਲਵ ਕੀਤਾ ਸੀ ਔਰ ਨਾਲ ਦੇ ਨਾਲ ਇੱਕ ਆਪਾਂ ਡਿਜੀਟਲ ਸਮ ਦੇ ਆਪਾਂ ਕੁਐਸਚਨ ਸੋਲਵ ਕੀਤਾ ਸੀਗਾ ਕਿ ਜਿੱਥੇ ਆਪਾਂ ਮਲਟੀਪਲਾਈ ਔਰ ਸਬਟ੍ਰੈਕਸ਼ਨ ਤੋਂ ਆਪਾਂ ਬਚਦੇ ਹੋਏ ਡਾਇਰੈਕਟ ਆਨਸਰ ਦੇ ਵੱਲ ਜਾਂਦੇ ਆ। ਸੋ ਉਸੇ ਤਰ੍ਹਾਂ ਦਾ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਕੁਐਸਚਨ ਦੇਖ ਲਿਆ ਹੋਣਾ ਜਿਹੜਾ ਕੋਆਪਰੇਟਿਵ ਬੈਂਕ 2021 ਦੇ ਵਿੱਚ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ। ਕੋਆਪਰੇਟਿਵ ਬੈਂਕ 2021 ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀਗਾ। ਸੋ ਇਸ ਤਰੀਕੇ ਦੇ ਜੇਕਰ ਗੱਲ ਕਰੀਏ ਕਿ ਜਿਹੜੇ ਹੈੱਡ ਕਾਂਸਟੇਬਲ ਜਾਂ ਹੋ ਗਿਆ ਜਾਂ ਫਿਰ ਆਪਾਂ ਗੱਲ ਕਰੀਏ ਕਿ ਐਸਆਈ ਦੇ ਸਬ ਇੰਸਪੈਕਟਰ ਦੇ ਪੇਪਰ ਦੇ ਵਿੱਚ ਵੀ ਕੁਐਸਚਨ ਇਸ ਤਰੀਕੇ ਦਾ ਪੁੱਛਿਆ ਜਾ ਚੁੱਕਿਆ ਹੈ। ਸੋ ਮੇਰੇ ਪਿਆਰੇ ਬੱਚਿਓ ਇਹਨਾਂ ਕੁਐਸਚਨਾਂ ਨੂੰ ਆਪਾਂ ਹੌਲੇ ਹੌਲੇ ਡੀਲ ਕਰਦੇ ਕਰਦੇ ਆਪਾਂ ਹਾਈ ਲੈਵਲ ਤੱਕ ਚੱਲਾਂਗੇ ਅੱਜ ਦੀ ਕਲਾਸ ਦੇ ਵਿੱਚ ਤੇ ਅੱਜ ਦੀ ਕਲਾਸ ਦਾ ਮੁੱਖ ਪਰਪਸ ਰਹੂਗਾ ਕਿ ਆਪਾਂ ਥਿਊਰੀ ਪਾਰਟ ਨੂੰ ਨਾਲ ਲੈਂਦੇ ਹੋਏ ਆਪਾਂ ਕੁਐਸਚਨਾਂ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਹੈ ਇਸ ਨੂੰ ਆਪਾਂ ਦੇਖਾਂਗੇ। ਕਨਸੈਪਟ ਤਾਂ ਦੇਖਣਾ ਹੈ ਨਾਲ ਆਪਾਂ ਕੁਐਸਚਨ ਦੀ ਅਪਰੋਚ ਕੀ ਰਹੂਗੀ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਜ਼ਿਆਦਾ ਕੀ ਹੈ ਕਿ ਜਦੋਂ ਆਪਾਂ ਕੁਐਸਚਨ ਨੂੰ ਸਮਝ ਰਹੇ ਹੁੰਦੇ ਆ ਇੱਕ ਹੁੰਦਾ ਵੀ ਚੀਜ਼ ਨੂੰ ਸਮਝਣਾ ਇੱਕ ਹੁੰਦਾ ਵੀ ਆਪਾਂ ਉਸ ਦੀ ਇੰਪਲੀਮੈਂਟੇਸ਼ਨ ਕਰਨਾ ਪੇਪਰ ਦੇ ਵਿੱਚ ਜਾ ਕੇ। ਸਮਝਣਾ ਗੱਲ ਹੋਰ ਹੁੰਦੀ ਹੈ ਪੇਪਰ ਦੇ ਵਿੱਚ ਇੰਪਲੀਮੈਂਟੇਸ਼ਨ ਕਰਨਾ ਗੱਲ ਹੋਰ ਹੁੰਦੀ ਹੈ। ਸਮਝਣਾ ਕੀ ਹੁੰਦਾ ਆਪਾਂ ਸਮਝਣਾ ਡਿਟੇਲ ਦੇ ਵਿੱਚ ਹੁੰਦਾ ਉਸ ਦੇ ਪਿੱਛੇ ਕੀ ਹੈ ਕਿ ਆਪਾਂ ਆਪਦਾ ਬੈਕਗ੍ਰਾਉਂਡ ਤਿਆਰ ਕਰਨਾ ਹੁੰਦਾ ਆਪਣੀ ਨੌਲੇਜ ਨੂੰ ਇਨਕਰੀਜ਼ ਕਰਨਾ ਹੁੰਦਾ ਕਿ ਤਾਂ ਜੋ ਆਪਾਂ ਪੇਪਰ ਦੇ ਵਿੱਚ ਜਾ ਕੇ ਡਾਇਰੈਕਟ ਅਪਰੋਚ ਅਪਲਾਈ ਕਰ ਸਕੀਏ। ਡਾਇਰੈਕਟ ਆਪਾਂ ਸ਼ਾਰਟ ਤੇ ਜਾਵਾਂਗੇ ਆਪਾਂ ਨੂੰ ਦਿੱਕਤ ਆਊਗੀ ਪੇਪਰ ਦੇ ਵਿੱਚ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਥਿਊਰੀ ਵੀ ਨਾਲ ਦੀ ਨਾਲ ਹੀ ਪੜ੍ਹਦੇ ਚੱਲਾਂਗੇ। ਸੋ ਮੇਰੇ ਪਿਆਰੇ ਬੱਚਿਓ ਇੱਕ ਵਾਰ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜਿਹੜੀ ਆਪਾਂ ਬੇਸਿਕ ਫ੍ਰੈਕਸ਼ਨ ਬਾਰੇ ਜਾਣਦੇ ਹਾਂ ਕਿ ਇੱਕ ਵਾਰ ਇਹਨਾਂ ਤੇ ਨਿਗਾਹ ਮਾਰ ਲੈਂਦੇ ਕਿ ਜਿਹੜੀ ਬੇਸਿਕ ਫ੍ਰੈਕਸ਼ਨ ਹੈਗੀਆਂ ਨੇ ਇਹ ਕਿੰਨੀਆਂ ਨੇ ਔਰ ਇਹਨਾਂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਪੜ੍ਹਦੇ ਆ ਤੇ ਔਰ ਕਿਸ ਤਰੀਕੇ ਦੇ ਨਾਲ ਯਾਦ ਰੱਖਦੇ ਆ। ਮੈਂ ਇਸ ਦਾ ਪੂਰੀ ਡਿਟੇਲ ਦੇ ਵਿੱਚ ਪੜਾਇਆ ਹੋਇਆ ਹੈ। ਅਗਰ ਜੇਕਰ ਕਿਸੇ ਵੀ ਮੇਰੇ ਵਿਦਿਆਰਥੀ ਨੇ ਲਾਸਟ ਕਲਾਸ ਨਹੀਂ ਦੇਖੀ ਇੱਕ ਵਾਰ ਉਸ ਨੂੰ ਜਾ ਕੇ ਜ਼ਰੂਰ ਦੇਖੋ ਜਿਸ ਦੇ ਵਿੱਚ ਮੈਂ ਇਹ ਸਾਰਾ ਪਾਰਟ ਪੜ੍ਹਾ ਚੁੱਕਿਆ ਵੀ ਪਰਸੈਂਟੇਜ ਕਿਸ ਤਰੀਕੇ ਨਾਲ ਫ੍ਰੈਕਸ਼ਨ ਦੇ ਵਿੱਚ ਚੇਂਜ ਹੁੰਦੀ ਹੈ। ਸੋ ਸਾਰਿਆਂ ਨੂੰ ਬੇਸਿਕ ਫ੍ਰੈਕਸ਼ਨ ਆਪਾਂ ਯਾਦ ਕਰਨ ਦੀ ਗੱਲ ਕੀਤੀ ਸੀ। ਸੋ ਬੇਸਿਕ ਫ੍ਰੈਕਸ਼ਨ ਨੂੰ ਯਾਦ ਕਰਨ ਦਾ ਇੱਕੋ ਹੀ ਹੱਲ ਹੈ ਕਿ ਤੁਸੀਂ ਵੱਧ ਤੋਂ ਵੱਧ ਉਸ ਨੂੰ ਲਿਖ ਕੇ ਦੇਖੋ, ਵੱਧ ਤੋਂ ਵੱਧ ਟਰਾਈ ਕਰੋ, ਵੱਧ ਤੋਂ ਵੱਧ ਤੁਸੀਂ ਕੀ ਹੈ ਕਿ ਉਸ ਤੇ ਹਰ ਰੋਜ਼ ਕੰਮ ਕਰੋ। ਹਰ ਰੋਜ਼ ਦਿਨ 'ਚ ਇੱਕ ਵਾਰ ਦੋ ਵਾਰ ਜੇ 1/7 ਕਿੰਨੇ ਪਰਸੈਂਟ ਦੇ ਬਰਾਬਰ ਹੁੰਦਾ 1/6 ਕਿੰਨੇ ਪਰਸੈਂਟ ਦੇ ਬਰਾਬਰ ਹੁੰਦਾ 1/9 ਕਿੰਨੇ ਪਰਸੈਂਟ ਦੇ ਬਰਾਬਰ ਹੁੰਦਾ। ਇਸ ਤਰ੍ਹਾਂ ਅਗਰ ਤੁਸੀਂ ਡੇਲੀ ਵਰਕ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਤੁਹਾਨੂੰ ਕੋਈ ਯਾਦ ਕਰਨ ਦੀ ਲੋੜ ਪਊਗੀ, ਡਾਇਰੈਕਟਲੀ ਤੁਹਾਡੇ ਮਾਈਂਡ ਦੇ ਵਿੱਚ ਛਪ ਜਾਣਗੀ। ਸੋ ਇੱਕ ਵਾਰ ਦੇਖ ਲੈਂਦੇ ਆ ਕਿ ਜਿੱਦਾਂ 100% ਦੀ ਗੱਲ ਕਰੀਏ ਕਿਉਂਕਿ ਆਪਾਂ ਨੂੰ ਇਹਨਾਂ ਪਰਸੈਂਟੇਜ ਦੀ ਬਹੁਤ ਜ਼ਰੂਰਤ ਪਊਗੀ। 100% ਦੀ ਮੇਰੇ ਪਿਆਰੇ ਬੱਚਿਓ ਗੱਲ ਕਰਦੇ ਆ ਤਾਂ 100% ਆਪਣੇ ਬਰਾਬਰ 1 ਹੁੰਦਾ। ਸੋ ਇਸੇ ਤਰ੍ਹਾਂ 50% 1/2 1/3 ਹੋ ਜਾਊਗਾ 33 ਸੀ 1/3% ਤੇ 1/4 ਹੋ ਜਾਊਗਾ 25% ਤੇ 1/5 ਮੇਰੇ ਪਿਆਰੇ ਬੱਚਿਓ ਕਿੰਨਾ ਹੋ ਜਾਊਗਾ 20%। ਸੋ ਨੈਕਸਟ ਦੇਖਦੇ ਹਾਂ ਜੀ 1/6 16 ਸੀ 2/3% ਤੇ ਇਹ ਵਾਲੀ ਵੈਲਿਊ ਨੂੰ ਮੈਂ ਅੱਗੇ ਵੀ ਗੱਲ ਕਰ ਚੁੱਕਿਆ ਕਿ ਇਸ ਨੂੰ ਤੁਸੀਂ ਧਿਆਨ 'ਚ ਰੱਖਣਾ ਇਸ ਤੇ ਤਾਂ ਪੂਰਾ ਫੋਕਸ ਕਰਨਾ ਜੀ। 16.66% ਜਿਹੜਾ ਹੁੰਦਾ ਇਹ ਬਰਾਬਰ ਕਿੰਨੇ ਹੁੰਦਾ ਜੀ 1/6। ਸੋ ਇਸੇ ਤਰ੍ਹਾਂ 1/7 ਬਰਾਬਰ ਹੋ ਜਾਊਗਾ 14 ਸੀ 2/7% ਇਹ ਕਿੰਨਾ ਹੋ ਜਾਏਗਾ 14.28% ਹੋ ਜਾਊਗਾ। ਸੋ 1/8 ਹੋ ਜਾਊਗਾ 12.5% ਇੱਕ ਇਸ ਦੇ ਨਾਲ ਇੱਕ ਵੈਲਿਊ ਹੋਰ ਲਿਖ ਲਓ, ਕਈ ਵਾਰ ਡਾਇਰੈਕਟ ਪੇਪਰ ਦੇ ਵਿੱਚ ਪੁੱਛੀ ਜਾ ਚੁੱਕੀ ਹੈ 12.5%। ਇਸ ਨੂੰ ਇਸ ਤਰੀਕੇ ਦੇ ਨਾਲ ਵੀ ਆਪਾਂ ਲਿਖ ਸਕਦੇ ਹਾਂ। ਹਾਂਜੀ 1/9 ਹੋ ਜਾਊਗਾ ਇਹ ਮੋਸਟ ਇੰਪੋਰਟੈਂਟ ਫ੍ਰੈਕਸ਼ਨ ਹੈ। ਇਸ ਨੂੰ ਤਾਂ ਆਪਾਂ ਪੂਰੇ ਤਰੀਕੇ ਦੇ ਨਾਲ ਡੀਲ ਕਰਕੇ ਰੱਖਣਾ, ਯਾਦ ਕਰਕੇ ਰੱਖਣਾ ਵੀ 12.5% ਕਿੰਦੇ ਬਰਾਬਰ ਹੁੰਦਾ ਜੀ 1/8 ਦੇ। ਤੇ ਇੱਕ ਕੁਐਸਚਨ ਮੇਰੇ ਪਿਆਰੇ ਬੱਚਿਓ ਜਦੋਂ ਲਾਸਟ ਕਲਾਸ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਤੇ 3/8 ਦੀ ਗੱਲ ਕੀਤੀ ਸੀ ਕਿ ਜਿਹੜਾ 37.5% ਬਣਿਆ ਸੀਗਾ। ਸੋ ਉਹਨਾਂ ਨੂੰ ਵੀ ਯਾਦ ਰੱਖਣਾ ਹੈ। ਹਾਂਜੀ 1/9 ਹੋ ਜਾਊਗਾ 11 ਸੀ 1/9% ਤੇ 1/10 ਕਿੰਨਾ ਹੋ ਜਾਊਗਾ ਮੇਰੇ ਪਿਆਰੇ ਬੱਚਿਓ 10%। ਸੋ ਇਹ ਤਾਂ ਆਪਣੀ ਬੇਸਿਕ ਫ੍ਰੈਕਸ਼ਨ ਚੱਲ ਰਹੀ ਹੈ ਜੀ 1/11 9 ਸੀ 1/11% 1/12 ਕਿੰਨਾ ਹੋ ਜਾਵੇਗਾ 8 ਸੀ 1/3% 1/13 7 ਸੀ 9/13% 1/14 ਕਿੰਨਾ ਹੋ ਜਾਊਗਾ 7 ਸੀ 1/14% ਤੇ 1/15 ਕਿੰਨਾ ਹੋ ਜਾਊਗਾ ਮੇਰੇ ਪਿਆਰੇ ਬੱਚਿਓ 6 ਸਹੀ 2/3% ਜਾਂ ਇਸ ਦੀ ਵੈਲਿਊ ਆਪਾਂ ਕਹਿ ਦਿੰਦੇ ਆ 6.66% ਹੈਗੀ ਆ। ਸੋ ਅੱਗੇ ਦੇਖਦੇ ਆ
हाँ जी, इसनूं भी तुसीं ध्यान च रखना है जी। ये वाली तुसीं सारे एक बार टेबल नूं तुसीं रीड कर लो ध्यान दे नाल, ठीक है जी, क्योंकि आपां जदों क्वेश्चनां वल वधांगे ते इन्हां दी आपां नूं बहुत जरूरत पऊगी। हाँ जी, सो ये वाला एक बार जिहड़ा मल्टीपल फ्रैक्शन है 3/5 1/4 2/3 3/4 ते 3/5, सो 60 25 66 सही 2/3 75% ਤੇ 60%। सो इस तरह की जिन्नियां भी फ्रैक्शन हैगियां ने तुसीं एक बार टेबल देख लो, फिर आपां अगे क्वेश्चनां दे वल देखदे हां। हाँ जी, सो 5/9% ये मैं दस्सिया होया जी, इसनूं आपां मल्टीपल दे विच किस तरीके नाल बनाउंदे हां। सो सारियां गल्लां करदे होए आपां हुण डायरैक्ट क्वेश्चन दे वल वधदे हां। एक बार देख लेना सारियां फ्रैक्शन नूं ध्यान दे नाल, सारा टेबल ध्यान च रखना है। सो मेरे प्यारे बच्चों, एक अगर किसी भी स्टूडेंट ने अगर कोई भी इंफॉर्मेशन किसी बैच की लैनी है, पंजाब क्लासेस जलालाबाद चैनल के उपर पहुंचना है जी, ठीक है जी। और सारिया वीडियो देखने तो बाद ही तुसीं रहम दे नाल सानूं कॉल कर सकते हो। अगर कोई भी कोर्स की तुसीं इंफॉर्मेशन लेना चाहते हो सो इस नंबर के उपर तुसीं सानूं कॉल मैसेज कर सकते हो किसी टाइम भी, एनी टाइम। हाँ जी, तो अगे देखते हैं जी अज की क्लास का अपना फर्स्ट क्वेश्चन है, जिस दे विच मेरे प्यारे जी दोस्तों पूछा गया जी, जेकर किसी संख्या का जेकर किसी संख्या का 37% उस संख्या में जोड़िया जाता है तो संख्या 1320 बन जाती है, तो संख्या का मूल पता तो संख्या का मुल पता करो। या इत्थे एक होर क्वेश्चन पूछा जाता है, फाइंड द ओरिजिनल नंबर। ये थोड़ी पंजाबी दे विच मैनूं लगदा भी होर तरीके की सेंस निकल रही है, इस वाली लाइन तो फोकस करो भी फाइंड द ओरिजिनल नंबर। हाँ जी, सो हुण मेरे प्यारे जी दोस्तों, इस क्वेश्चन को सॉल्व करना तो मैनूं लगदा भी कोई ज़्यादा टफ काम नहीं है, बट इसकी थोड़ी आप हिस्टरी वाले गल करते भी क्वेश्चन बार बार पेपर के पूछा जा रहा है, बट क्यों पूछा जा रहा है वो यही एग्जामिनर वही चेक करना चाहता है कि जो बच्चा है उसको बेसिक क्लीयर है या फिर नहीं। कोई तुहाडे तो कैलकुलेशन नहीं मंग रहे, एक जो क्वेश्चन है तुसीं विदाउट पेन कापी चक्की भी तुसीं इसनूं कर सकते हो। हुण गल करिए कि इस क्वेश्चन की हिस्टरी की, तो आप थोड़ा जिहा जानने की कोशिश करते हैं। हुण अगर मैं एक स्लाइड लैके तुहानूं दसदा भी जिद्दां आपां गल करदे हां 20%, मेरे प्यारे बच्चों ध्यान देना जी, 20% जो 20% मेरे प्यारे बच्चों बराबर होगा किंदे होगा जी 1/5 के बराबर होगा। हुण एक मैं नैक्सट गल कर रहा कि जेकर तुसीं 5 का 20% कर दो मेरे प्यारे दोस्त, जे 5 का कितना कर देंगे आपां 20% कर देंगे तो कितना आंसर आऊगा, 20 5 कितना हो जाऊगा 100 हो जाऊगा, 5 नाल 5 कट्टिया जाऊगा तो कितना आंसर आ जाऊगा 1 आ जाऊगा। एक आपां होर गल कर लेंदे जी, जिद्दां मैं लिख दिंदा 25%। हाँ जी, 25% मेरे प्यारे बच्चों किंदे बराबर होगा जी 1/4 के बराबर होगा। हुण जेकर आपां 4 का 25% कर दईए, आपां 4 का किन्ने परसेंट कर दईए मेरे प्यारे दोस्त 25% कर देंदे आ ते 25 चौका 100 हो जाऊगा, 4 नाल 4 कट्टे जाऊगा तो आंसर कितना निकल के आ जाऊगा 1 निकल के आ जाऊगा। सो हुण इस गल का मीनिंग की निकल के आउंदा कि जेकर आपां नीचे वाले नंबर का इन्ने परसेंट कर देंदे आ, मैं लास्ट क्लास दे विच थोड़ी जी चर्चा की सीगा पर पूरे डीप दे विच नहीं दस्सिया सीगा। अज आपां इसदे डीप बारे जाणांगे, पूरी खुल के स्टडी करांगे इहदे बारे भी ओरिजिनल वैल्यू की हुंदी है, नंबर इंक्रीज किवें हुंदा है, सक्सेसिव किवें लगदा है, सारियां गल्लां करांगे। सो देखदे कि जिद्दां 5% दा जेकर आपां 20% कीता ते जे 5 का 20% करन तो बाद मेरे प्यारे दोस्त कितनी वैल्यू निकल के आई है, एक वैल्यू निकल के आई है। सो इसे तरह जेकर आपां 4 का 25% कीता ते वैल्यू कितनी निकल के आई है, अपने कोले 1 निकल के आ गई। सो इस तरह एक आप होर देख लेंगे कि जिद्दां मैं गल करता जी 60%, अगर 60% की मेरे प्यारे दोस्त गल कर दी तो 60% कितना हो जाऊगा 3/5 हो जाऊगा। तो जेकर आप 5 का 60% कर देंगे, जेकर 5 का 60% कर देंगे मेरे प्यारे बच्चों तो यह कितना आंसर आ जाऊगा, ये भी आंसर अपने को कितना निकल के आ जाऊगा 3 निकल के आ जाएगा, जी की उपर वैल्यू आ जाएगी। सो हुण देखिया कि जिद्दां आपां 5 का 60% किया तो 60% करन ते कितनी वैल्यू आई 3 वैल्यू आई। इत्थे आपां एक छोटा जिहा रिजल्ट कढ लैंदे आ, वो छोटा जिहा रिजल्ट की है कि तुसीं जदों भी डिनोमीनेटर का इन्ने परसेंट करदे हो, जिहड़ी ए वाली वैल्यू हुंदी है, ठीक है जी, जिहड़ी आपां इन्हां दी फ्रैक्शन लिखी हुंदी है, इसदा इन्ने परसेंट करन ते ए वाली वैल्यू हुंदी है। ते इस कारण आपां की कह दिंदे आ, इस कारण आपां कह दिंदे कि जिद्दां अपने कोले 20% लिखिया होया है ते 20% नूं आपां पढ़दे आ जी 1/5। सो इसनूं मेरे प्यारे बच्चों कह दिंदे आ ओरिजिनल वैल्यू, ओरिजिनल वैल्यू। सो इसनूं आपां की कह दिंदे, इसनूं आपां कह दिंदे आ परसेंटेज रिजल्ट। दो गल्लां ध्यान च रखनियां जी, एक तो नीचे वाली वैल्यू नूं आपां की पढ़दे आ, मूल वैल्यू पढ़दे आ, वास्तविक जिहड़ी अपनी मान हुंदा उसनूं आपां वास्तविक मान कहंदे आ, जां आपां गल करदे कि इसनूं आपां की पढ़दे आ ओरिजिनल वैल्यू पढ़दे आ।
ਤੇ ਇਸ ਦੀ ਗੱਲ ਕਰਦੀ ਤੇ ਇਹ ਕੀ ਹੋਊਗਾ ਮੇਰੇ ਪਿਆਰੇ ਦੋਸਤ, ਇਹ ਆਪਣਾ ਹੋਊਗਾ ਪਰਸੈਂਟੇਜ ਰਿਜ਼ਲਟ ਹੋਊਗਾ। ਅਗਰ ਤੁਸੀਂ ਇਸ ਦਾ ਇੰਨੇ ਪਰਸੈਂਟ ਕਰ ਰਹੇ ਹੋ ਤਾਂ ਤੁਹਾਡੇ ਕੋਲ ਇਹ ਰਿਜ਼ਲਟ ਨਿਕਲ ਕੇ ਆ ਜਾਏਗਾ। ਇਸ ਬਿਹੇਵ ਤੇ ਮੈਨੂੰ ਲੱਗਦਾ ਵੀ ਲਗਭਗ 2 ਤੋਂ 3 ਕੁਐਸਚਨ ਐਗਜ਼ਾਮੀਨਰ ਪੁੱਛ ਲਿਆ ਪੇਪਰ ਦੇ ਵਿੱਚ। ਇਸ ਕਨਸੈਪਟ ਨੂੰ ਇੱਥੇ ਡੀਲ ਕਰਦੇ ਆ ਆਪਾਂ, ਡੀਪ ਦੇ ਵਿੱਚ ਚੱਲਦੇ ਆ ਥੋੜਾ ਜਿਹਾ ਹੋਰ। ਇਸ ਦੇ ਜੇਕਰ ਗੱਲ ਕਰ ਰਿਹਾ ਹੈ ਵੀ ਕਿਸੇ ਸੰਖਿਆ ਦੇ ਵਿੱਚ, ਜੇਕਰ ਕਿਸੇ ਸੰਖਿਆ ਦੇ ਵਿੱਚ 20% ਜੋੜ ਦਿੱਤਾ ਗਿਆ ਹੈ ਜੀ, 20% ਜੋੜ ਦਿੱਤਾ ਗਿਆ ਹੈ, ਜਾਂ ਫਿਰ ਆਪਾਂ ਗੱਲ ਕਰਦੇ ਵੀ ਕਿਸੇ ਸੰਖਿਆ ਦੇ ਵਿੱਚ 20% ਘਟਾ ਦਿੱਤਾ ਗਿਆ ਹੈ। ਸੋ ਹੁਣ ਇਹਨਾਂ ਦੋਨਾਂ ਗੱਲਾਂ ਦਾ ਮੀਨਿੰਗ ਕੀ ਨਿਕਲ ਕੇ ਆਊਗਾ ਆਪਣੇ ਸਾਹਮਣੇ। ਅਗਰ ਦੋਨਾਂ ਦੀ ਗੱਲ ਕਰ ਦਈਏ ਸੋ ਇਸ ਦਾ ਜਿਹੜਾ ਮੀਨਿੰਗ ਨਿਕਲ ਕੇ ਆ ਰਿਹਾ ਆਪਣੇ ਸਾਹਮਣੇ, ਮੀਨਿੰਗ ਇਹ ਨਿਕਲ ਕੇ ਆ ਰਿਹਾ ਕਿ ਜੇਕਰ 5 ਦਾ 20% ਕਰੀਏ ਤਾਂ ਆਪਣੇ ਕੋਲ ਆਨਸਰ 1 ਆ ਜਾਊਗਾ। ਸੋ ਇਸੇ ਤਰ੍ਹਾਂ ਜੇਕਰ 5 ਦਾ 20% ਕਰਨ ਤੇ ਆਨਸਰ 1 ਆ ਰਿਹਾ ਹੈ, ਤੇ ਜੇਕਰ ਉਹ ਆਪਾਂ ਨੂੰ ਗੱਲ ਕਰ ਰਿਹਾ ਵੀ ਜੋੜਨ ਦੀ, ਤੇ ਆਪਾਂ ਉੱਪਰ ਵਾਲਾ ਨੰਬਰ ਐਡ ਕਰ ਦਾਂਗੇ। ਜੇ ਗੱਲ ਕਰ ਰਹੇ ਮੇਰੇ ਪਿਆਰੇ ਬੱਚੋ ਘਟਾਉਣ ਦੀ, ਤੇ ਆਪਾਂ ਉੱਪਰ ਵਾਲੇ ਨੰਬਰ ਨੂੰ ਕੀ ਕਰ ਦਾਂਗੇ, ਘਟਾ ਦਾਂਗੇ। ਸੋ ਦੇਖੋ ਇੱਕ ਵਾਰ ਜੇਕਰ ਮੈਂ ਗੱਲ ਕਰਦਾ ਵੀ 20% ਜੋੜਿਆ ਗਿਆ ਤੇ 20% ਜੋੜਨ ਤੋਂ ਮੀਨਿੰਗ ਕਿ 1/5 ਸੰਖਿਆ 20% ਦੀ ਫ੍ਰੈਕਸ਼ਨ ਕਿੰਨੀ ਆ ਗਈ ਜੀ, 1/5। ਹੁਣ ਉਸਨੇ ਕਹਿਤਾ ਵੀ ਕਿਸੇ ਸੰਖਿਆ ਦੇ ਵਿੱਚ 20% ਜੋੜਿਆ ਗਿਆ ਤੇ 20% ਜੋੜਨ ਤੋਂ ਮੀਨਿੰਗ ਕੀ ਨਿਕਲ ਕੇ ਆ ਗਿਆ ਕਿ ਜਦੋਂ ਸ਼ੁਰੂ ਦੇ ਵਿੱਚ ਆਪਾਂ ਦੇਖਿਆ, ਫਸਟ ਟਾਈਮ ਦੇ ਵਿੱਚ ਦੇਖਿਆ, ਉਸ ਟਾਈਮ ਸੰਖਿਆ ਕਿੰਨੀ ਹੋਗੀ, 5 ਹੋਗੀ। ਤਾਂ ਹੀ ਤਾਂ ਮੈਂ ਕਹਿ ਰਿਹਾ ਸੀ ਵੀ ਇਹ ਕੀ ਹੋਗੀ, ओरिजिनल वैल्यू होगी, मूल वैल्यू अपनी होगी। इस दे विच कोई भी घाटा वाधा नहीं किया गया होगा, ये अपनी बेसिक वैल्यू होगी। सो अगे गल करिए कि 20% जोड़ दिता गया तो 20% जोड़न तो मीनिंग की हो गया कि 5 दे विच 1 जुड़ गया तो हुण संख्या कितनी हो जाएगी, 6 हो जाएगी। सो ये तो अपनी आ गई जी ओरिजिनल वैल्यू, ये किहड़ी आ गई, ओरिजिनल वैल्यू। सो इस दी गल करिए तो ये अपने कोल की हुंदा है जी, ये अपना रिजल्ट हुंदा है। रिजल्ट किहड़ा हुंदा है कि जिहड़ा रिजल्ट की गल करदी कि जिस दे विच परसेंटेज ऐड हो रहा हुंदा जां फिर परसेंटेज माइनस हो रहा हुंदा। सो इस तरह अपन नैक्सट देखते हैं कि जिद्दां 20% उसने कहता भी घटा दिता गया, 20% घटा दिता गया तो हुण तुसीं समझ सकते हो भी 20% घटाउण तो मीनिंग कि 1/5। सो जिहड़ा ओरिजिनल वैल्यू होगी, जिहड़ी शुरू दे विच संख्या होगी कितनी होगी, 5 होगी। ते 20% घटाउण तो मीनिंग कि 5 दा 20% कीता ते कितना आ गया जी अपने कोले आंसर 1 निकल के आ गया। ते 1 घटा दांगे ते हुण कितना आ जाऊगा, 4 रह जाएगा। सो इन्नियां गल्लां नूं ध्यान च रखना भी अगर ये गल करी जा रही है कि जेकर तुसीं किसी दे विच इन्ने परसेंट जोड़ रहे हो, जिद्दां वो कह दिंदा भी 33 से 1/3% जोड़ रहे हो, जां फिर ये गल कर दिंदे कि तुसीं 37.5% जोड़ रहे हो। सो हुण फ्रैक्शन दे विच देखना है आपां, फ्रैक्शन दे विच देखना जिस दी फ्रैक्शन कितनी है। सो फ्रैक्शन देखांगे, ये तो अपनी शुरू वाली वैल्यू होगी। जे गल कर रहा जोड़न दी तो ऊपर वाला ऐड कर देंगे, जे गल कर रहे माइनस करन दी तो ऊपर वाला नंबर आपां माइनस कर देंगे ते कह देंगे ये शुरू वाली वैल्यू है तो ये अपना की आ जाएगी, न्यू वाली वैल्यू आ जाएगी जिथे आपां पहुंचना चाहुंदे हां, जिस दे विच परसेंटेज जां तां इनक्रीज किया गया होगा जां फिर परसेंटेज नूं की कर दिता जाएगा, डिक्रीज कर दिता जाएगा। सो मेरे प्यारे बच्चों इन्नियां गल्लां नूं ध्यान च रखना। तो हुण आपां क्वेश्चन वाल आउंदे हां। सो क्वेश्चन दे विच देखदे आपां कि जेकर किसी संख्या दे विच 37.5% जोड़िया जाए, हुण गल समझण वाली ये है कि जे 37.5% की फ्रैक्शन की गल करिए मेरे प्यारे बच्चों, 37.5% ते 37.5% कितना होगा। हुण इस नूं तुसीं, मैनूं लगदा भी जेकर तुसीं लास्ट क्लास नूं ध्यान च रखिया है, पूरे ध्यान दे नाल पढ़िया है ते इसकी तुसीं मिनट दे विच परसेंटेज दस सकदे हो भी सॉरी फ्रैक्शन दस सकदे हो भी फ्रैक्शन कितनी है। 37.5% की फ्रैक्शन कितनी मेरे प्यारे दोस्तों हो जाऊगी, 3/8 हो जाऊगी। कितनी हो जाऊगी, 3/8 हो जाऊगी। हुण जेकर तुसीं 8 का 37.5% करोगे तो आंसर कितना निकल के आएगा, 3 निकल के आऊगा। सो हुण देखते हैं कि शुरू दे विच संख्या कितनी होगी, 8 होगी। सो 8 का 37.5% कितना हो गया जी, 3 हो गया। वो कह रहे भी जोड़िया जाता है, संख्या दे विच की कीता गया जी, जोड़िया गया। जे संख्या दे विच जोड़ दिता गया है तो संख्या हुण कितनी बन जाएगी, अपने कोले कितनी बन जाएगी मेरे प्यारे दोस्त, 11 बन जाएगी। इन्नी गल समझ रहे हो। पहला संख्या कितनी सीगी अपने कोले, 8 सीगी। सो 8 दे विच 3 जुड़ गया क्योंकि उसने इन्ने परसेंट जोड़िया, 37.5% जोड़िया तो 37.5% जोड़न का मीनिंग कि 8 दे विच किन्ने जुड़ गया, 3 जुड़ गया तो 8 दे विच 3 जुड़ गया तो कितनी संख्या बन जाएगी, 11 बन जाएगी। सो ये कितनी कह रहा जी, ये कह रहा जी 1320 बन जाती है। जेकर अपने कोले 11 बन रही है तो ये कह रहा जी 1320 तो 11 की वैल्यू मेरे प्यारे बच्चों कितनी हो जाएगी, 1320। 11 की वैल्यू कितनी हो जाएगी, 1320। तो जेकर आप गल कर दी जी 1 की वैल्यू कितनी हो जाएगी, जेकर 11 की वैल्यू इन्नी आ, क्योंकि उसने क्या किया क्वेश्चन दे विच उसने कहा भी फाइंड ओरिजिनल नंबर, भी जिहड़ा मूल संख्या कितनी है, क्योंकि आप 8 की वैल्यू कढनी है, ये तो 11 की वैल्यू आ
ਜੇ 1 ਦੀ ਵੈਲਿਊ ਕੱਢਣੀ ਚਾਹੁੰਦੇ ਹੋ ਇਸ ਨੂੰ 11 ਦੇ ਨਾਲ ਭਾਗ ਦੇ ਦਿਓ ਤੇ ਇਸ ਨੂੰ ਵੀ ਕਿਹਦੇ ਨਾਲ ਭਾਗ ਦੇ ਦਿਓ 11 ਨਾਲ। ਇਹ 11 ਨਾਲ 11 ਕੈਂਸਲ ਹੋ ਜਾਊਗਾ। 1 ਦੀ ਵੈਲਿਊ ਮੇਰੇ ਪਿਆਰੇ ਦੋਸਤ ਕਿੰਨੀ ਆ ਜਾਊਗੀ? ਲਓ ਜੀ 11 1 11 ਆ ਜਾਊਗਾ, 11 2 22 ਆ ਜਾਏਗਾ, 120 ਆ ਜਾਊਗਾ। ਹੁਣ 1 ਯੂਨਿਟ ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ ਆ? 120 ਆ ਗਈ। ਤੇ ਆਪਾਂ ਨੂੰ ਕਿੰਨੇ ਯੂਨਿਟ ਦੀ ਵੈਲਿਊ ਚਾਹੀਦੀ ਆ? ਆਪਾਂ ਨੂੰ 8 ਯੂਨਿਟ ਦੀ ਚਾਹੀਦੀ ਹੈ। ਇਸ ਨੂੰ ਮਲਟੀਪਲਾਈ 8 ਨਾਲ ਕਰ ਦੋ, ਇਹ ਆ ਜਾਵੇਗਾ 8। ਸੋ ਇਸ ਨੂੰ ਮਲਟੀਪਲਾਈ ਕਰਾਂਗੇ 8 ਨਾਲ 120 ਨੂੰ ਤੇ ਮੇਰੇ ਪਿਆਰੇ ਜਿਹੇ ਦੋਸਤੋ ਆ ਜਾਊਗਾ 12 8 96 ਕਿੰਨਾ ਆ ਜਾਵੇਗਾ? 960। ਇਸ ਦਾ ਕੀ ਆ ਜਾਊਗਾ? ਆਨਸਰ ਆ ਜਾਏਗਾ। ਤਾਂ ਆਪਸ਼ਨ ਨੰਬਰ ਕਿਹੜੀ ਹੋ ਜਾਊਗੀ? ਸੀ ਆਪਸ਼ਨ ਇਸ ਦੀ ਰਾਈਟ ਆਨਸਰ ਹੋ ਜਾਊਗਾ। ਸੋ ਗੱਲ ਸਮਝਣੇ ਕੀ ਆ ਕਿ ਜੇਕਰ ਤੁਸੀਂ ਇਹ ਤਾਂ ਅਗਰ ਆਪਾਂ ਇਸ ਨੂੰ ਪੂਰਾ ਡਿਟੇਲ ਦੇ ਵਿੱਚ ਸਮਝ ਰਹੇ ਤਾਂ ਹੀ ਇੰਨਾ ਟਾਈਮ ਲੱਗ ਰਿਹਾ। ਵੈਸੇ ਤਾਂ ਮੈਂ ਡਾਇਰੈਕਟ ਇਸ ਨੂੰ ਬਿਨਾਂ ਪੈਨ ਕਾਪੀ ਚੱਕੇ ਵੀ ਤੁਸੀਂ ਕਰ ਸਕਦੇ ਹੋ। 37% ਡਾਇਰੈਕਟ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਵੀ 37% ਕਿੰਨਾ ਹੁੰਦਾ ਜੀ? 3/8 ਹੁੰਦਾ ਹੈ। ਸੋ ਪਹਿਲਾ ਸੰਖਿਆ ਕਿੰਨੀ ਹੋਗੀ? 8 ਤੇ ਬਾਅਦ ਚ ਸੰਖਿਆ ਕਿੰਨੀ ਹੋਗੀ? 11 ਹੋਗੀ ਕਿਉਂਕਿ 3 ਵਿੱਚ ਜੁੜ ਜਾਣਗੇ, ਉਹ ਜੋੜਨ ਦੀ ਗੱਲ ਕਰ ਰਿਹਾ। ਤੇ 11 ਦੀ ਵੈਲਿਊ ਕਿੰਨੀ ਹੈਗੀ ਜੀ? 1320। ਤੇ 11 ਦੀ ਵੈਲਿਊ ਜੇਕਰ 1320 ਹੈ ਤੇ 1 ਦੀ ਵੈਲਿਊ ਕਿੰਨੀ ਆ ਜਾਏਗੀ? 120 ਆ ਜਾਊਗੀ। ਸੋ 1 ਦੀ ਵੈਲਿਊ 120 ਤੇ 8 ਦੀ ਵੈਲਿਊ ਕਿੰਨੀ ਹੋਗੀ? 12 8 96 ਕਿੰਨਾ ਆ ਜਾਵੇਗਾ? 960। ਇਸ ਦਾ ਡਾਇਰੈਕਟ ਆਨਸਰ ਤੁਸੀਂ ਕੱਢ ਸਕਦੇ ਹੋ। ਸੋ ਨੈਕਸਟ ਕੁਐਸਚਨ ਵੱਲ ਦੇਖਦੇ ਹਾਂ। ਹਾਂਜੀ, तो ਜਿਹੜਾ ਅਗਲਾ ਆਪਣੇ ਸਾਹਮਣੇ ਕੁਐਸਚਨ ਆ ਰਿਹਾ ਹੈ, ਹੁਣ ਅਗਲਾ ਕੁਐਸਚਨ ਆ ਰਿਹਾ ਕਿ ਜੇਕਰ 930 ਨੂੰ ਇੱਕ ਸੰਖਿਆ ਦੇ ਵਿੱਚ ਜੋੜਿਆ ਜਾਵੇ। ਇਹ ਥੋੜਾ ਜਿਹਾ ਅਲੱਗ ਪ੍ਰਕਾਰ ਦਾ ਕੁਐਸਚਨ ਆ ਬਟ ਥੋੜਾ ਜਿਹਾ ਐਡਵਾਂਸ ਲੈਵਲ ਹੈ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੈ। ਇਸ ਦੇ ਵਿੱਚ ਕੀ ਕਰਿਆ ਗਿਆ ਹੈ ਕਿ ਇੱਕ 930 ਇੱਕ ਸੰਖਿਆ ਦੇ ਦਿੱਤੀ ਗਈ ਆ। 930 ਸੰਖਿਆ ਦੇ ਵਿੱਚ ਜੇਕਰ 930 ਨੂੰ ਇੱਕ ਸੰਖਿਆ ਦੇ ਵਿੱਚ ਜੋੜਿਆ ਜਾਏ तो अपने आप का किन्ने परसेंट बन जाती? 44 सही 9 4 बटा 9% बन जाती है। वो कह रहा है भी मूल संख्या पता करो। हुण फिर उही गल आ गई अपने सामने जिहड़ी आपां पिछे मूल संख्या पता करके मूल संख्या कितनी सीगी? उत्थे 8 सीगी। हुण इत्थे देखदे आ भी कितनी हुंदी है। हुण पहली गल तो यह भी 444 की आपां नूं फ्रैक्शन पता होनी चाहिए। 444 की गल करदी आपां ते 444 की फ्रैक्शन कितनी होगी? सो 444 सही 4/9% मेरे प्यारे दोस्तों किंदे बराबर होगा? हुण इहदी भी मैं गल करी है कि तुसीं इस नूं तोड़ सकते हो किन्ना? 400% प्लस अगे किन्ना बचूगा? 44 सही 4/9%। ਜਿਹੜੇ ਬੱਚਿਆਂ ਨੇ ਮਲਟੀਪਲ ਫ੍ਰੈਕਸ਼ਨ ਪੜਿਆ ਪਿੱਛੇ ਉਹਨਾਂ ਨੂੰ ਮੈਨੂੰ ਲੱਗਦਾ ਵੀ ਈਜੀ ਹੋ ਜਾਊਗਾ। ਸੋ ਡਾਇਰੈਕਟ ਦੇਖ ਸਕਦੇ ਹੋ ਕਿੰਨੀ ਹੋ ਜਾਊਗੀ? 4 + 4/9 ਹੋ ਜਾਊਗਾ। ਕਿੰਨਾ ਆ ਜਾਊਗਾ? 9 ਚੌਕਾ 36 ਤੇ ਕਿੰਨਾ ਆ ਜਾਊਗਾ? 40/9 ਆ ਜਾਊਗਾ। सो इसलिए देखते हो कि जेकर 444 से 4/9 की गल करिए भी किन्नी फ्रैक्शन के बराबर होंगे जी? 40/9 के बराबर होंगे। इन्नी गल तो क्लीयर होगी सो मैं इसमें एक बार रेज कर दिंदा क्योंकि आप क्वेश्चन सॉल्व करना है, नहीं कि आप फ्रैक्शन सॉल्व करनी। तुसीं डायरैक्ट ये मैं बना के तां दस रहा कि तुसीं वार-वार इसनूं देख के तुसीं बना सको, अपने दिमाग दे विच फिक्स कर सको। सो हुण देखते हैं कि जिद्दां आपां गल करिए कि 444 से 4/9% मेरे प्यारे दोस्त किहदे बराबर हो जाऊगा? 40/9 के बराबर। ਹੁਣ ਇੱਥੇ ਫੇਰ ਗੱਲ ਆ ਗਈ ਆਪਣੇ ਸਾਹਮਣੇ ਕਿ ਜਿਹੜਾ ਪਹਿਲਾ ਸੰਖਿਆ ਕਿੰਨੀ ਹੈਗੀ ਆ? 9 ਤੇ 9 ਦਾ 444 ਸੀ ਕਰੀਏ 4/9% ਤੇ ਸੰਖਿਆ ਕਿੰਨੀ ਬਣ ਜਾਵੇਗੀ? 40 ਬਣ ਜਾਂਦੀ ਹੈ। ਤੁਸੀਂ ਦੇਖੋ ਵੀ ਜਿਹੜੀ ਸੰਖਿਆ 9 ਸੀਗੀ ਹੁਣ ਕਿੰਨੀ ਬਣ ਚੁੱਕੀ ਹੈ? 40 ਬਣ ਚੁੱਕੀ ਹੈ। ਹੁਣ ਉਸਨੇ ਇਹ ਕਿਹਾ ਹੈ ਕਿ ਜੇਕਰ ਕਿਸੇ ਸੰਖਿਆ ਦੇ ਵਿੱਚ ਕਿੰਨਾ ਜੋੜ ਦਿੱਤਾ ਜਾਂਦਾ? 930 ਜੋੜ ਦਿੱਤਾ ਜਾਂਦਾ। ਤੇ ਇਹ ਕਿੰਨਾ ਕਹਿ ਰਿਹਾ? ਇਹ ਪਹਿਲਾ ਸੰਖਿਆ ਕਿੰਨੀ ਸੀਗੀ? 9 ਤੇ ਹੁਣ ਕਿੰਨੀ ਬਣ ਚੁੱਕੀ ਹੈ ਜੀ? 40 ਬਣ ਚੁੱਕੀ ਹੈ। ਤੇ ਕਿੰਨੇ ਪਲੱਸ ਹੋ ਗਿਆ? 31 प्लस हो गए। किन्ने प्लस हो गया? 31 प्लस हो गया क्योंकि 9 का 444 से 4/9% करोगे तो कितनी वैल्यू आ जाएगी? 40 वैल्यू आ जाएगी। सो इसे तरह जी शुरू में संख्या सी कितनी सी? 9 सी ते बाद च संख्या कितनी बनी है जी? 40 बनी है। ठीक है जी। उसने ये गल नहीं करी, इत्थे एक गल ध्यान देनी आ, इत्थे उसने ये गल नहीं करी कि इन्ने परसेंट जोड़िया जाता है, ये उसने नहीं गल करी। उसने ये कहा भी 930 जोड़िया जाता है ਤੇ ਸੰਖਿਆ ਕਿੰਨੀ ਬਣ ਜਾਂਦੀ ਹੈ? 444 से 4/9% ਬਣ ਜਾਂਦੀ ਹੈ। ਤੇ 9 ਦਾ 444 से 4/9% ਜਿਹੜੇ ਮੇਰੇ ਪਿਆਰੇ ਬੱਚੇ ਹੋਊਗਾ ਉਹ ਕਿੰਨਾ ਹੋਵੇਗਾ? 40 ਹੋਵੇਗਾ। ਕਿੰਨਾ ਹੋਵੇਗਾ ਮੇਰੇ ਪਿਆਰੇ ਦੋਸਤੋ? 40 ਹੋਵੇਗਾ। ਇਸ ਗੱਲ ਨੂੰ ਧਿਆਨ ਚ ਰੱਖਣਾ। ਸੋ ਪਹਿਲਾ ਸੰਖਿਆ ਕਿੰਨੀ ਸੀਗੀ? 9 ਸੀਗੀ। ਬਾਅਦ ਚ ਕਿੰਨੀ ਹੋ ਗਈ ਹੈ? 40 ਹੋ ਗਈ ਹੈ। ਤੇ ਆਪਣੇ ਵੱਲੋਂ ਕਿੰਨਾ ਜੋੜਿਆ ਜਾ ਰਿਹਾ ਜੀ? 31 ਜੋੜਿਆ ਜਾ ਰਿਹਾ ਹੈ। ਤੇ ਉਹ ਕਿੰਨਾ ਕਹਿ ਰਿਹਾ? ਐਗਜ਼ਾਮੀਨਰ ਕਿੰਨਾ ਕਹਿ ਰਿਹਾ ਜੀ? ਕਿੰਨਾ ਜੋੜਿਆ ਜਾ ਰਿਹਾ ਹੈ? 930 जोड़िया जा रहा है। 31 की वैल्यू मेरे प्यारे बच्चों कितनी आ गई? 930 ते 1 यूनिट की वैल्यू कितनी आ जाऊगी? 1 यूनिट आप पिछे अजे हुणे कढ के हटे हैं भी 31 नाल इधर भाग कर दो ते 31 नाल इधर भाग कर दो
ਜੇ 31 ਨਾਲ ਇੱਧਰ ਭਾਗ ਕਰਾਂਗੇ ਤੇ ਕਿੰਨਾ ਆ ਜਾਊਗਾ, ਹਾਂਜੀ 31 ਨੂੰ 3 ਤੱਕ ਪੜ੍ਹ ਦਾਂਗੇ, ਕਿੰਨੀ ਵੈਲਿਊ ਆ ਜਾਏਗੀ, 30 ਵੈਲਿਊ ਆ ਜਾਏਗੀ। ਸੋ 1 ਯੂਨਿਟ ਦੀ ਵੈਲਿਊ ਕਿੱਦਾਂ ਕੱਢੀ ਜਾਊਗੀ, ਇੱਕ ਇੱਧਰ 1 ਬਣਾਉਣਾ ਹੈ, 1 ਦਾ ਮੀਨਿੰਗ ਹੈ ਕਿ ਤੁਸੀਂ ਇੱਧਰ 31 ਨਾਲ ਭਾਗ ਕਰ ਦਿਓ ਤੇ ਇੱਧਰ 31 ਨਾਲ ਭਾਗ ਕਰ ਦਿਓ। ਸੋ 31 ਨਾਲ ਇੱਧਰ ਭਾਗ ਕਰਾਂਗੇ ਕਿੰਨਾ ਬਣ ਜਾਊਗਾ 93, ਪਿੱਛੇ 0 ਉਸੇ ਤਰ੍ਹਾਂ ਨਿਕਲ ਜਾਊਗਾ। ਸੋ 1 ਯੂਨਿਟ ਦੀ ਮੇਰੇ ਪਿਆਰੇ ਬੱਚਿਓ ਜਿਹੜੀ ਵੈਲਿਊ ਆਪਣੇ ਕੋਲੇ ਆ ਗਈ ਹੈ, ਕਿੰਨੀ ਆ ਗਈ ਆ, 30 ਆ ਗਈ ਆ। ਸੋ ਸ਼ੁਰੂ ਵਿੱਚ ਕਿੰਨੇ ਯੂਨਿਟ ਵੈਲਿਊ ਸੀਗੀ, 9। ਸੋ ਇਸ ਨੂੰ ਕਿੰਨੇ ਨਾਲ ਗੁਣਾ ਕਰ ਦਿਓ ਜੀ, 9 ਨਾਲ ਗੁਣਾ ਕਰ ਦਿਓ, ਤੇ ਸੋ ਇਸ ਨੂੰ ਵੀ ਕਿੰਨੇ ਨਾਲ ਗੁਣਾ ਕਰ ਦਿਓ, 9 ਨਾਲ ਗੁਣਾ ਕਰ ਦਿਓ। तो 9 यूनिट की वैल्यू कितनी मेरे प्यारे बच्चों निकल के आ जाएगी, 9 यूनिट की वैल्यू निकल 9 ती 27 कितनी निकल के आ जाएगी 270। सो ऑप्शन केड़ी होगी इसकी, बी ऑप्शन होगी, केड़ी ऑप्शन होगी, बी ऑप्शन होगी। सो देख लो एक बार ध्यान देना, किसी भी स्टूडेंट ने कोई स्क्रीनशॉट मारना तो इसका मार सकता है। सो अगे देखते हैं। सो दोनों क्वेश्चनों के छोटा जिहा फर्क सीगा, मैं एक बार इस गल नूं क्लीयर कर दिंदा। तुसीं देखो कि इत्थे 37% की है जोड़िया गया, 37% जोड़िया गया, उसने परसेंटेज की गल की है भी इन्ने परसेंट जोड़िया गया 37%। बट इत्थे जाके आपां गल करी तो इत्थे उसने की कहता भी 930 नूं एक संख्या दे विच जोड़िया गया, परसेंट की गल नहीं की। अगर परसेंट की गल करदा तो फिर आपां कह देना सी 9 दे विच 40 जोड़ तो संख्या कितनी होगी, 49 होगी। बट इवें तो गल करी नहीं, उसने कहा भी 930 जोड़न की संख्या कितनी बन जाती, 444 से 4/9% बन जाती है, जिहड़ी कि पहली कितनी सी 9 ते 9 का 444 से 4/9% किया तो कितना आ जाऊगा आंसर 40। 40 9 तो कितनी संख्या होगी, 40 होगी। तो किन्ने जोड़ गए अपने को, 30 जोड़ गए। तो उसने किन्ने कहते हैं 930 जोड़ते, तो 1 यूनिट की वैल्यू 31 नाल इधर भाग कर दो, 31 नाल इधर भाग कर दो, 1 यूनिट की वैल्यू कितनी आ जाएगी, 30 आ जाएगी। सो आपां शुरू में संख्या कितनी सी अपने को 9 सी, तो 9 की चाहिए आ, इसनों 9 के नाल गुणा करता, तो इसनों भी 9 के नाल गुणा करता, कितना आ जाएगा 270। तो ऑप्शन नंबर मेरे प्यारे बच्चों की आ जाएगी बी, ते बी तो अपना हो जाएगा बाहुबली। तो अगे चलते हैं जी, बाहुबली तो बाद अगे कटप्पा आऊगा मेरे ख्याल, हाँ जी। तो जेकर 16 नूं एक संख्या में जोड़िया जाए तो संख्या अपने आप का 116 सही 2/3% बन जाती है। तो मूल संख्या पता करो। हुण बहुत प्यारा जिहा क्वेश्चन है, किस तरीके नाल आपां पिछे सम नूं कीता उस तरीके दे नाल तुसीं इस नूं भी कर सकते हो। जल्दी जल्दी कर दो इस नूं, जल्दी जल्दी 2-1 मिनट दिता जा रहा है, जो तुसीं कर सकते हो, क्योंकि शुरुआती टाइम है, तुसीं इस कंसैप्ट नूं पढ़ रहे हो, इस तो बाद दिक्कत नहीं होनी चाहिए। हाँ जी 116 से 2/3%। हुण पहली गल है तो इसकी फ्रैक्शन पता होनी चाहिए। हुण तुसीं डायरैक्ट करन नहीं जाना, तुसीं डायरैक्ट छड्डो, 116 से 2/3% कितना होता है, तुसीं इसनूं तोड़ दो, इसनूं तोड़ दो तो कितना हो जाऊगा 100% हो जाऊगा मेरे प्यारे बच्चों। अगे कितना रह जाएगा 16 से 2/3%। हुण देखो जी 100% की वैल्यू कितनी आ जाएगी अपने को, 1 आ जाएगी, तो 16 से 1/6 कितनी आ जाएगी, 1/6 आ जाएगी। सो ए वाली वैल्यू इन्नी हैगी आ, ए वाली वैल्यू कितनी हैगी है इन्नी, 6 ते 1 कितना हो जाऊगा अपने मेरे प्यारे जी बच्चों, ये हो जाएगा 7/6। हुण जेकर गल कर दी भी 16 सही 116 सही 2/3% जिहड़ा हैगा किंदे बराबर होगा, 7/6 के बराबर होगा। इन्नी सारिਆਂ ਨੂੰ गल क्लीयर हो गई। तो अगे देखते हैं, मैं इत्थे डायरैक्ट लिख रहा जी, हाँ जी। सो कोई लग लिखण की लोड़ नहीं है, इसकी वैल्यू कितनी हैगी जी 7/6 है। हुण गल करिए कि जिहड़ी संख्या, हुण संख्या 6 तो कितनी हो गई है जी 7 हो गई, संख्या कितनी हो गई है जी 6 तो कितनी हो गई है जी 7 हो गई है। हुण उसने की किया जी, जेकर 16 नूं एक संख्या विच जोड़िया जाए तो संख्या अपने आप का कितना बन जाती 116 से 2/3%। पहला संख्या 6 सीगी, हुण कितनी हो गई जी 7 हो गई। कितनी जुड़ गई मेरे प्यारे बच्चों, 1 जुड़ गया। सो वो कितना कह रहा है जी 16 जुड़ गया। सो 1 की वैल्यू कितनी है जी 16 हैगी आ, तो 6 की वैल्यू कितनी हो जाएगी। सो इसनूं देखो तुसीं 6 नाल गुणा कर दो, इत्थे कितना हो जाऊगा 6 हो जाऊगा। तो इसनूं मेरे प्यारे बच्चों किहदे नाल गुणा करना पड़ेगा 6 दे नाल, क्योंकि उसने ओरिजिनल नंबर की गल की है। फाइंड ओरिजिनल नंबर, ओरिजिनल नंबर किहड़ा सीगा 6 ही सीगा, आही तो मैं दस्सिया पिछे भी ओरिजिनल नंबर नीचे वाली वैल्यू होगी, उसनूं आपां की कहंदे आ ओरिजिनल नंबर कहंदे आ। सो शुरू दे विच नंबर कितना होगा सी 6। सो 6 की वैल्यू कितनी हो जाएगी, 1 नूं 6 नाल गुणा करता ते 16 नूं 6 नाल गुणा करता, 6 का कितना हो जाएगा 36 हो जाएगा, 6 ते 3 कितना हो जाएगा 9 हो जाएगा। सो आंसर जिहड़ा आ जाएगा अपना आ जाएगा सी आ जाएगा, सी फॉर कटप्पा। पिछे बाहुबली सीगा, इस बार की हो गया कटप्पा हो गया, तो आंसर जिहड़ा हैगा वो अपना किहड़ा आ गया सी। हाँ जी तो अगे देखते हैं जी एक आदमी, हाँ जी हुण थोड़ी जी टाइप चेंज हो गई है। हैड कांस्टेबल के पेपर के पेपर क्वेश्चन इस तरीके का पूछा जा चुका है, ठीक है जी।
ਹੈਡ ਕਾਂਸਟੇਬਲ ਦੇ ਵਿੱਚ ਇਸ ਤਰੀਕੇ ਦਾ ਕੁਐਸਚਨ ਪੁੱਛਿਆ ਜਾ ਚੁੱਕਾ। ਇੱਕ ਵਾਰ ਥੋੜਾ ਜਿਹਾ ਉਸਨੇ ਥੋੜਾ ਜਿਹਾ ਹੋਰ ਤਰੀਕੇ ਨਾਲ ਕੁਐਸਚਨ ਪੁੱਛਿਆ ਸੀਗਾ, ਮੈਂ ਉੱਥੇ ਵੀ ਆਉਣਾ, ਬਟ ਇੱਕ ਵਾਰ ਇਸ ਗੱਲ ਇਹ ਬੇਸਿਕ ਜੀ ਦੀ ਗੱਲ ਕਰ ਲਈਏ ਵੀ ਇਸ ਕਿਸ ਤਰੀਕੇ ਦਾ ਕੁਐਸਚਨ ਹੈ। ਇੱਕ ਆਦਮੀ 5/3 ਦੀ ਬਜਾਏ ਇੱਕ ਸੰਖਿਆ ਨੂੰ 3/5 ਨਾਲ ਗੁਣਾ ਕਰ ਦਿੰਦਾ ਹੈ ਤੇ ਕਹਿ ਰਿਹਾ ਵੀ ਠੀਕ ਹੈ ਵੀ ਕੀ ਚੇਂਜ ਆਊਗਾ। ਹੁਣ ਉਸਨੇ ਪ੍ਰਤੀਸ਼ਤ ਚੇਂਜ ਪੁੱਛਿਆ ਹੈ, ਠੀਕ ਹੈ ਜੀ, ਵੀ 65% ਚੀਜ਼ ਵਧੇਗੀ ਘਟੇਗੀ ਕੀ ਹੋਊਗਾ, ਇਹ ਸਾਰੀਆਂ ਗੱਲਾਂ ਉਸਨੇ ਪੁੱਛ ਰਿਹਾ। ਐਗਜ਼ਾਮੀਨਰ ਦੀ ਸੈਂਸ ਚੈੱਕ ਕਰਨੀ ਆਪਾਂ ਵੀ ਉਸਦੀ ਸੈਂਸ ਤੱਕ ਪਹੁੰਚਣਾ ਵੀ ਉਹ ਕੀ ਕਹਿਣਾ ਕੀ ਚਾਹੁੰਦਾ। ਹੁਣ ਗੱਲ ਨੂੰ ਧਿਆਨ ਨਾਲ ਸਮਝਣਾ। ਹੁਣ ਮੈਂ ਇਸ ਦੀ ਇੱਕ ਅਲੱਗ ਸਲਾਈਡ ਲੈ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ, ਚਲੋ ਇੱਥੇ ਦੇਖ ਲੈਂਦੇ ਜੀ। ਅਗਰ ਆਪਾਂ ਕੋਈ ਵੀ ਮੰਨ ਲੈਂਦੇ ਵੀ ਇੱਕ, ਪਹਿਲਾਂ ਤਾਂ ਇਹ ਦੇਖੋ ਵੀ ਤੁਸੀਂ ਉਸਨੇ ਕਿਹਦੇ ਨਾਲ ਗੁਣਾ ਕਰਨਾ ਸੀਗਾ। ਇੱਕ ਆਦਮੀ ਨੇ 3/5 ਦੀ ਬਜਾਏ ਇੱਕ ਸੰਖਿਆ ਨੂੰ ਕਿਹਦੇ ਨਾਲ ਗੁਣਾ ਕਰ ਦਿੱਤਾ ਜੀ, 3/5 ਦੇ ਨਾਲ ਗੁਣਾ ਕਰਨਾ ਕਿਹਦੇ ਨਾਲ ਸੀਗਾ, 5/3 ਦੇ ਨਾਲ। ਇਸ ਦੇ ਨਾਲ ਉਸਨੂੰ ਗੁਣਾ ਕਰਨਾ ਚਾਹੀਦਾ ਸੀਗਾ, ਬਟ ਉਸਨੇ ਕਰ ਕਿਹਦੇ ਨਾਲ ਦਿੱਤਾ ਜੀ, 3/5 ਨਾਲ ਗੁਣਾ ਕਰ ਦਿੱਤਾ। ਹੁਣ ਆਪਾਂ ਨੂੰ ਨਹੀਂ ਪਤਾ ਇਸ ਗੱਲ ਬਾਰੇ ਵੀ ਉਹ ਸੰਖਿਆ ਕਿਹੜੀ ਹੈਗੀ, ਆਪਾਂ ਨੂੰ ਇਸ ਗੱਲ ਬਾਰੇ ਕਤਈ ਪਤਾ ਨਹੀਂ ਹੈਗਾ, ਜਮਾ ਹੀ ਪਤਾ ਹੈ ਨਹੀਂ ਵੀ ਠੀਕ ਹੈ ਜੀ ਵੀ ਉਹ ਕਿਹੜੀ ਸੰਖਿਆ ਹੈਗੀ ਹੈ ਜਿਸ ਨੂੰ ਉਸਨੇ 5/3 ਨਾਲ ਗੁਣਾ ਕਰਨਾ ਸੀਗਾ ਤੇ ਉਸਨੇ ਕਰ ਕਿਹਦੇ ਨਾਲ ਦਿੱਤਾ ਹੈ ਜੀ, 3/5 ਦੇ ਨਾਲ ਕਰਤਾ ਹੈ। ਇਸ ਦੇ ਨਾਲ ਤਾਂ ਉਸਨੂੰ ਕਰਨਾ ਚਾਹੀਦਾ ਸੀ, ਇਸ ਦੇ ਉੱਪਰ ਲਗਾ ਦਿਓ ਯੈਸ। ਇਸ ਦੇ ਨਾਲ ਨਹੀਂ ਕਰਨਾ ਚਾਹੀਦਾ ਸੀਗਾ, ਇਸ ਦੇ ਉੱਪਰ ਲਗਾ ਦਿਓ ਕਾਂਟਾ। ਕਹਿਣ ਤੋਂ ਮੀਨਿੰਗ ਕਿ ਜਿਹੜੀ ਰੋਂਗ ਵੈਲਿਊ ਹੈਗੀ ਆਪਣੇ ਕੋਲ, ਜਿਹੜੀ ਰੋਂਗ ਵੈਲਿਊ ਆ ਰਹੀ ਹੈ ਉਹ ਕਿਹੜੀ ਹੈਗੀ ਹੈ, 3/5, ਕਿਉਂਕਿ ਉਸਨੇ ਇਹ ਕਹਿਤਾ ਵੀ ਇੱਕ ਆਦਮੀ ਨੇ 3/5 ਦੀ ਬਜਾਏ ਇੱਕ ਸੰਖਿਆ ਨੂੰ ਕਿਹਦੇ ਨਾਲ ਗੁਣਾ ਕਰਤਾ, 3/5 ਨਾਲ ਗੁਣਾ ਕਰਤਾ। ਕਹਿਣ ਤੋਂ ਮੀਨਿੰਗ ਕਿ ਉਸ ਬੰਦੇ ਤੋਂ ਮਿਸਟੇਕ ਹੋ ਗਈ, ਦਿਮਾਗ ਘੁੰਮ ਗਿਆ ਹੋਣਾ, ਕੋਈ ਥੋੜਾ ਬਹੁਤਾ ਰਾਤ ਨੂੰ ਸੁੱਤਿਆ ਨਹੀਂ ਹੋਣਾ, ਕਿਉਂਕਿ ਉਸਨੇ 5/3 ਨਾਲ ਗੁਣਾ ਕਰਨਾ ਸੀਗਾ ਤੇ ਕਰ ਕਿਹਦੇ ਨਾਲ ਗਿਆ ਜੀ, 3/5 ਨਾਲ। ਹੱਲ ਕੀ ਹੋਇਆ ਇਸ ਗੱਲ ਦਾ, ਕਹਿਣਾ ਕੀ ਚਾਹੁੰਦਾ ਐਗਜ਼ਾਮੀਨਰ ਤੋਂ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਜੇਕਰ ਮੇਰੇ ਪਿਆਰੇ ਜੋ ਬੱਚਿਓ ਆਪਾਂ ਸੰਖਿਆ ਮੰਨ ਲੈਂਦੇ ਆ x, ਸੰਖਿਆ ਕੀ ਕਰ ਲੈਂਦੇ ਆ ਆਪਾਂ, ਸੰਖਿਆ ਨੂੰ ਕਿੰਨਾ ਮੰਨ ਲੈਂਦੇ ਆ, x ਮੰਨ ਲੈਂਦੇ ਆ। ਤੇ x ਮੰਨਣ ਦੇ ਨਾਲ ਮੈਨੂੰ ਲੱਗਦਾ ਹੈ ਵੀ ਆਪਾਂ ਆਪਣਾ ਪੂਰਾ ਪੇਪਰ ਖਰਾਬ ਕਰਕੇ ਬੈਠ ਜਾਵਾਂਗੇ, ਇਸ ਦਾ ਕੋਈ ਵੀ ਹੱਲ ਨਹੀਂ ਹੋਵੇਗਾ। ਹੱਲ ਹੋ ਜਾਊਗਾ ਬਟ ਮੈਨੂੰ ਲੱਗਦਾ ਵੀ ਉਹਨੇ ਨੂੰ ਸਾਰੇ ਸਮ ਕਰ ਜਾਣਗੇ ਤਾਂ ਆਪਾਂ ਇਸੇ ਕੁਐਸਚਨ ਤੇ ਖੜੇ ਰਹਿ ਜਾਵਾਂਗੇ। ਸੋ x ਨੇ ਤਾਂ ਪਹਿਲੇ ਹੀ ਆਪਣੀ ਲਾਈਫ ਖਰਾਬ ਕੀਤੀ ਹੋਈ ਹੈ 8ਵੀਂ 10ਵੀਂ ਦੇ ਵਿੱਚ, ਇਸ ਕਾਰਨ x ਤੋਂ ਬਚਣਾ ਹੈ। ਸੰਖਿਆ ਤੁਸੀਂ x ਮੰਨ ਸਕਦੇ ਹੋ, ਸੰਖਿਆ x ਮੰਨਣ ਚ ਕੋਈ ਦਿੱਕਤ ਨਹੀਂ ਹੈਗੀ, ਮੰਨ ਸਕਦੇ ਹੋ, ਬਟ ਆਪਾਂ x ਤੋਂ ਬਚ ਕੇ ਸੋਲਵ ਕਰਨਾ ਹੈ ਕਿਉਂਕਿ x ਦੇ ਨਾਲ ਕੈਲਕੂਲੇਸ਼ਨ ਕਾਫੀ ਵੱਧ ਜੂਗੀ। ਇਸ ਕਾਰਨ ਇਸ ਤਰੀਕੇ ਨਾਲ ਸੋਲਵ ਨਹੀਂ ਕਰਨਾ। ਜੋ ਸਟੂਡੈਂਟ ਇਹ ਅਪਰੋਚ ਰੱਖਦੇ ਆ ਉਹ ਆਰਾਮ ਦੇ ਨਾਲ ਇੱਕ ਵਾਰ ਕੀ ਆ ਕਿ ਪਹਿਲਾਂ ਬੇਸਿਕ ਕੰਪੀਟੀਟਿਵ ਦਾ ਕਲੀਅਰ ਕਰ ਲੈਣ, ਫਿਰ ਉਸ ਤੋਂ ਬਾਅਦ ਇੱਥੇ ਆ ਜਾਣ। ਸੋ ਦੇਖਦੇ ਆ ਕਿ ਜਿੱਦਾਂ ਆਪਾਂ ਹੁਣ ਗੱਲ ਕਰੀਏ ਆਪਾਂ ਸੰਖਿਆ ਮੰਨ ਕਿਹੜੀ ਸਕਦੇ ਆ, ਸਵਾਲ ਇਹ ਉੱਠ ਕੇ ਆਊਗਾ ਆਪਣੇ ਸਾਹਮਣੇ ਵੀ ਸਰ ਤੁਸੀਂ x ਵੀ ਕਹਿਤਾ ਵੀ x ਵੀ ਨਹੀਂ ਮੰਨ ਸਕਦੇ। ਠੀਕ ਹੈ ਜੀ, ਚਲੋ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਜੀ, ਅਸੀਂ x ਨਹੀਂ ਮੰਨਦੇ, ਫਿਰ ਮੰਨਾਂਗੇ ਸੰਖਿਆ ਕਿਹੜੀ ਆਪਾਂ, ਕਿਉਂਕਿ ਮੰਨਣਾ ਤਾਂ ਪਊਗਾ, ਕੁਛ ਨਾ ਕੁਛ ਤਾਂ ਕਰਨਾ ਪਊਗਾ ਜੀ। 5/3 ਜਾਂ 3/5 ਵੀ ਸੰਖਿਆ ਹੈ ਕੌਣ। ਤੇ ਤੁਸੀਂ ਮੇਰੇ ਪਿਆਰੇ ਜਿਹੇ ਦੋਸਤੋ ਗੱਲ ਨੂੰ ਧਿਆਨ ਚ ਰੱਖਣਾ ਜੀ। ਤੁਸੀਂ ਕੀ ਕਰ ਦੋ ਜੀ, ਤੁਸੀਂ ਇਸ ਤਰੀਕੇ ਦੀ ਸੰਖਿਆ ਮੰਨ ਲਓ ਵੀ ਜਿਹੜੀ ਕੀ ਹੈ ਜੀ 5/3 ਤੇ 3/5 ਦੋਨਾਂ ਦੇ ਨਾਲ ਕੱਟੀ ਜਾ ਸਕੇ। ਤੁਸੀਂ ਐਲਸੀਐਮ ਲੈ ਲਓ ਕਿਹਦਾ ਜੀ 3 ਤੇ 5। ਸੋ ਦੇਖੋ ਆਪਾਂ ਫ੍ਰੈਕਸ਼ਨ ਤੋਂ ਬਚਣਾ ਹੈ। ਜਦੋਂ ਐਗਜ਼ਾਮੀਨਰ ਫ੍ਰੈਕਸ਼ਨ ਨੂੰ ਪੁੱਟ ਕਰਦਾ ਹੈ ਪੇਪਰ ਦੇ ਵਿੱਚ, ਸੋ ਇਹਨਾਂ ਤੋਂ ਬਚਣਾ ਹੈ। ਬਚਣਾ ਇਸ ਤਰੀਕੇ ਨਾਲ ਹੈ ਕਿ ਤੁਸੀਂ ਆਪਣਾ ਮਾਈਂਡ ਚਲਾ ਕੇ ਤੁਸੀਂ ਇਸ ਨੂੰ ਖਤਮ ਕਰਨ ਵੱਲ ਜਾਣਾ ਹੈ। ਜੇਕਰ ਤੁਸੀਂ ਕੋਈ ਸੰਖਿਆ 3 ਤੇ ਵੀ ਡਿਵਾਈਡ ਹੋ ਰਹੀ ਹੈ ਤੇ 5 ਤੇ ਵੀ ਡਿਵਾਈਡ ਹੋ ਰਹੀ ਹੈ ਤਾਂ ਉਹ ਸੰਖਿਆ ਹੋਵੇਗੀ ਕਿਹੜੀ, ਉਹ ਸੰਖਿਆ ਹੋਊਗੀ ਮੇਰੇ ਪਿਆਰੇ ਬੱਚੋ 3 ਤੇ 5 ਦਾ ਐਲਸੀਐਮ ਹੋਊਗੀ। ਤੇ ਤੁਸੀਂ ਇੱਥੇ ਬਾਕਸ ਦੇ ਵਿੱਚ ਲਿਖ ਦਿਓ ਇੱਕ ਵੀ ਅਸੀਂ ਸੰਖਿਆ ਮੰਨ ਲੈਂਦੇ ਆ ਕਿੰਨੀ, 15। 3 ਤੇ 5 ਦਾ ਐਲਸੀਐਮ ਕਿੰਨਾ ਹੋ ਜਾਊਗਾ, 15। ਹੁਣ ਦੇਖੋ ਜੀ ਜੇਕਰ ਤੁਸੀਂ 15 ਨੂੰ ਜੇਕਰ ਤੁਸੀਂ ਇਸ ਨੂੰ ਮਲਟੀਪਲਾਈ ਕਰੋ, 15 ਨੂੰ ਮਲਟੀਪਲਾਈ ਕੀਤਾ ਜੀ, ਇੱਥੇ ਮੈਂ ਅਲੱਗ ਤੋਂ ਸੋਲਵ ਕਰ ਦਿੰਦਾ। ਹਾਂਜੀ 5/3 ਨਾਲ ਗੁਣਾ ਕਰਤਾ ਜੀ 15 ਨੂੰ, ਸੋ ਆਨਸਰ ਕਿੰਨਾ ਨਿਕਲ ਕੇ ਆ ਗਿਆ ਜੀ 5 ਤੇ ਕਿੰਨਾ ਆ ਜਾਊਗਾ 25। ਤੇ ਜੇਕਰ ਮੈਂ ਗੱਲ ਕਰਦਾ ਜੀ 3/5 ਨੂੰ ਗੁਣਾ ਕਰਤਾ ਜੀ 15 ਨਾਲ, ਕਿੰਨਾ ਆਨਸਰ ਨਿਕਲ ਕੇ ਆ ਜਾਵੇਗਾ, ਆਪਣੇ ਕੋਲੇ ਆ ਜਾਵੇਗਾ 9। ਹੁਣ ਇਹ ਦੋਨੇ ਰਿਜ਼ਲਟ ਯਾਦ ਰੱਖੋ ਜੀ। ਇੱਥੇ ਤਾਂ ਸੰਖਿਆ ਕਿੰਨੀ ਆ ਜਾਵੇਗੀ, ਇੱਥੇ ਆਪਣੇ ਕੋਲੇ ਸੰਖਿਆ ਆ ਜਾਵੇਗੀ ਜਦੋਂ ਹਾਂਜੀ 5/3 ਨੂੰ ਕੀਤਾ ਤੇ ਇੱਥੇ ਆਪਣੇ ਕੋਲ ਸੰਖਿਆ ਆ ਜਾਊਗੀ 25। ਸੋ ਇੱਥੇ ਮੇਰੇ ਪਿਆਰੇ ਬੱਚੋ ਸੰਖਿਆ ਕਿੰਨੀ ਆ ਜਾਵੇਗੀ, 9 ਆ ਜਾਊਗੀ। ਹੁਣ ਪਹਿਲੀ ਗੱਲ ਤਾਂ ਆਪਾਂ ਕੁਐਸਚਨ ਦੀ ਜਿਹੜੀ ਆਪਸ਼ਨ ਦਿੱਤੀਆਂ ਹੋਈਆਂ ਨੇ ਆਪਾਂ ਨੂੰ ਉਧਰ ਦੇਖਣਾ ਪਊਗਾ, ਉਧਰ ਝਾਕਣਾ ਪਊਗਾ ਵੀ ਸੰਖਿਆ ਦੇ ਵਿੱਚ ਕੋਈ ਇਸ ਤਰੀਕੇ ਦੀ ਆਪਸ਼ਨ ਦੇ ਵਿੱਚ ਕੋਈ ਇਸ ਤਰੀਕੇ ਦੀ ਆਪਸ਼ਨ ਤਾਂ ਨਹੀਂ ਦਿੱਤੀ ਹੋਈ ਵੀ ਜਿੱਥੇ ਉਹਨੇ ਸਿੱਧਾ ਇਹ ਲਿਖਤਾ ਹੈ ਵੀ ਇੰਨੇ % ਦੀ ਕਮੀ ਹੋ ਗਈ ਹੈ। ਮੈਂ ਇਹ ਗੱਲ ਕਿਉਂ ਬੋਲ ਰਿਹਾ, ਇਹ ਗੱਲ ਮੈਂ ਤਾਂ ਬੋਲ ਰਿਹਾ ਵੀ ਕਈ ਵਾਰੀ ਪੇਪਰ ਦੇ ਵਿੱਚ ਇਹ ਡਾਇਰੈਕਟ ਆਪਸ਼ਨ ਇੱਕ ਹੀ ਹੁੰਦੀ ਆ
ਵੀ ਜੀ ਇੰਨੇ परसेंट ਦੀ ਕਮੀ ਹੋ ਗਈ ਆ। ਹੁਣ ਤੁਸੀਂ ਦੇਖੋ ਪਹਿਲਾ ਸੰਖਿਆ 25 ਸੀ, ਬਾਅਦ ਚ ਕਿੰਨੀ ਰਹਿ ਗਈ 9 ਰਹਿ ਗਈ। ਠੀਕ ਹੈ ਜੀ, ਇਹ ਤਾਂ ਸਹੀ ਵਾਲਾ ਸੀਗਾ, ਇਹ ਤਾਂ ਸਹੀ ਇਹਨੇ ਨਾਲ ਤੋਂ ਗੁਣਾ ਕਰਨਾ ਚਾਹੀਦਾ ਸੀਗਾ, ਪਰ ਰੋਂਗ ਵਾਲਾ ਇਹ ਸੀਗਾ ਵੀ ਅਗਰ ਸਹੀ ਕਰਦੇ ਤਾਂ ਆਨਸਰ 25 ਆਉਣਾ ਸੀਗਾ ਤੇ ਗਲਤ ਕਰਨ ਨਾਲ ਆਨਸਰ ਕਿੰਨਾ ਆ ਗਿਆ ਜੀ 9 ਆ ਗਿਆ। ਇਸ ਦਾ ਮੀਨਿੰਗ ਇਹ ਹੋ ਗਿਆ ਕਿ ਅਗਰ ਬਾਈ ਚਾਂਸ ਅਗਰ ਐਗਜ਼ਾਮੀਨਰ ਥੋੜਾ ਜਿਹਾ ਘੱਟ ਸਿਆਣਾ ਬਣ ਕੇ ਇਹ ਲਿਖ ਦਿੰਦਾ, ਮੰਨ ਲਓ ਕਿ ਕੁਝ ਵੀ परसेंट ਇੰਨੇ परसेंट ਦੀ ਕਮੀ ਹੋਊਗੀ, ਲਓ ਜੀ ਇਹ ਇੱਕ ਹੀ ਆਪਸ਼ਨ ਹੁੰਦੀ ਅਗਰ ਐਗਜ਼ਾਮੀਨਰ ਦੇ ਆਪਸ਼ਨ ਦੇ ਵਿੱਚ, ਤੇ ਫਿਰ ਮੈਨੂੰ ਕਿਸੇ ਵੀ ਆਪਸ਼ਨ ਦੇ ਵੱਲ ਦੇਖਣ ਦੀ ਲੋੜ ਨਹੀਂ ਸੀਗੀ, ਮੈਂ ਡਾਇਰੈਕਟ ਇਹੀ ਆਪਸ਼ਨ ਟਿਕ ਕਰਕੇ ਮੈਂ ਅੱਗੇ ਵਧ ਜਾਣਾ ਸੀ। ਉਹਦਾ ਕਾਰਨ ਕੀ ਆ, ਕਿਉਂਕਿ ਪਹਿਲਾ ਸੰਖਿਆ 25 ਆ ਤੇ ਬਾਅਦ ਵਿੱਚ 9 ਰਹਿ ਗਈ, 25 ਤੋਂ 9 ਹੋਈ ਹੈ ਤਾਂ ਘਟੇਗੀ ਕੁਝ ਨਾ ਕੁਝ %। ਜੇ ਕੁਝ ਨਾ ਕੁਝ % ਘਟੇਗੀ ਤਾਂ ਫਿਰ ਇੱਕ ਹੀ ਜੇਕਰ ਆਪਸ਼ਨ % ਘਟਣ ਵਾਲੀ ਹੈ ਤਾਂ ਫਿਰ ਆਪਣਾ ਉਹੀ ਆਨਸਰ ਹੋਊਗਾ। ਠੀਕ ਹੈ ਜੀ, ਸੋ ਇਸ ਗੱਲ ਨੂੰ ਧਿਆਨ ਰੱਖਣਾ। ਕਈ ਵਾਰੀ ਤਾਂ ਇੱਥੇ ਲਿਖਿਆ ਹੁੰਦਾ ਜੀ 65% ਦੀ ਕਮੀ, 64% ਦੀ ਕਮੀ ਜਾਂ 68% ਦੀ ਕਮੀ ਜਾਂ ਇੰਨੇ % ਦਾ ਵਾਧਾ, ਇੰਨੇ % ਦੀ ਕਮੀ, ਕਈ ਵਾਰੀ ਇਸ ਤਰੀਕੇ ਦੀ ਵੀ ਆਪਸ਼ਨ ਹੁੰਦੀ ਹੈ। ਹੁਣ ਦੇਖਦੇ ਹਾਂ ਜੀ, ਅੱਗੇ ਦੇਖਦੇ ਹਾਂ ਥੋੜਾ ਜਿਹਾ ਕੁਐਸਚਨ ਨੂੰ। ਤਾਂ ਅੱਗੇ ਦੇਖਾਂਗੇ ਤਾਂ ਹੁਣ ਆਪਾਂ ਨੂੰ ਸਾਹਮਣੇ ਇੱਕ ਗੱਲ ਤਾਂ ਨਿਕਲ ਕੇ ਆ ਗਈ। ਸੋ ਸੰਖਿਆ ਕਿੰਨੀ ਸੀਗੀ 25, ਹੋ ਕਿੰਨੀ ਗਈ ਹੈ ਜੀ 9, ਤਾਂ ਕਿੰਨੇ ਦੀ ਕਮੀ ਆ ਗਈ ਜੀ, ਕਿੰਨੇ ਦੀ ਕਮੀ ਆ ਗਈ 16 ਦੀ ਕਮੀ ਆ ਗਈ। 16 ਦੀ ਕਮੀ ਆ ਗਈ ਕਿਹਦੇ ਉੱਪਰ 25 ਉੱਪਰ, ਕਿਉਂਕਿ ਬੇਸਿਕ ਤੋਂ ਹੀ ਆਪਾਂ ਲਵਾਂਗੇ, ਜਿੱਥੋਂ ਚੀਜ਼ ਨੂੰ ਅਪ ਜਾਂ ਡਾਊਨ ਕੀਤਾ ਜਾਂਦਾ ਆਪਾਂ ਉਹੀ ਬੇਸ ਨੂੰ ਨੀਚੇ ਰੱਖਦੇ ਹਾਂ। ਸੋ ਸਟਾਰਟਿੰਗ ਦੇ ਵਿੱਚ ਕਿੰਨੀ ਸੀਗੀ 25 ਤੇ ਹੁਣ ਜਾ ਕੇ ਵੈਲਿਊ ਕਿੰਨੀ ਹੋ ਗਈ 9। ਹੁਣ ਕਿੰਨੇ ਦਾ ਫਰਕ ਪੈ ਗਿਆ ਜੀ 16 ਦਾ ਫਰਕ ਪੈ ਗਿਆ 25 ਉੱਪਰ, ਤੇ % ਦੇ ਵਿੱਚ ਕਿੰਨਾ ਹੋ ਜਾਊਗਾ 25 ਚੌਕਾ 100 ਤੇ 100 ਨੂੰ ਚੌਕਾ 64, ਕਿੰਨੇ % ਹੋ ਜਾਊਗਾ ਮੇਰੇ ਪਿਆਰੇ ਦੋਸਤੋ 64%। ਤੇ ਇਸ ਦੀ ਆਪਸ਼ਨ ਜਿਹੜੀ ਹੋ ਜਾਊਗੀ ਕਿਹੜੀ ਹੋ ਜਾਊਗੀ ਬੀ ਹੋ ਜਾਊਗੀ। ਇੱਕ ਸੈਕਿੰਡ ਦੇ ਵਿੱਚ ਕੁਐਸਚਨ ਤੁਸੀਂ ਹੱਲ ਕਰ ਸਕਦੇ ਹੋ, ਨੋ ਡਾਊਟ ਕਿ ਤੁਸੀਂ ਦੇਖੋ ਕਿ ਇਸ ਨੂੰ ਆਪਾਂ ਸੋਲਵ ਕਿਸ ਤਰੀਕੇ ਨਾਲ ਕਰਨਾ ਹੈ। ਸੋ ਪਹਿਲੀ ਗੱਲ ਨੀਚੇ ਵਾਲੇ ਦਾ ਤੁਸੀਂ ਕੀ ਲੈ ਲਓ ਐਲਸੀਐਮ ਲੈ ਕੇ ਸੰਖਿਆ ਨੂੰ, ਐਲਸੀਐਮ ਲੈਣ ਤੋਂ ਬਾਅਦ ਹੀ ਸੰਖਿਆ ਮੰਨਣੀ ਹੈ, ਅਦਰਵਾਈਜ਼ ਤੁਸੀਂ ਕੋਈ ਵੀ ਐਕਸ ਵਾਈ ਜ਼ੈਡ ਸੰਖਿਆ ਨਹੀਂ ਮੰਨਣੀ। ਇੱਕ ਮੈਂ ਛੋਟਾ ਜਿਹਾ ਸਮ ਹੋਰ ਦੱਸ ਦਿੰਦਾ ਜੀ, ਕੱਲ ਨੂੰ ਤੁਹਾਡੇ ਸਾਹਮਣੇ ਸਵਾਲ ਆ ਜਾਂਦਾ ਵੀ ਕੋਈ ਸੰਖਿਆ ਜੀ ਉਸ ਨੂੰ 3/4 ਦੀ ਬਜਾਏ ਇਸ ਨਾਲ ਤਾਂ ਗੁਣਾ ਕਰਨਾ ਚਾਹੀਦਾ ਸੀਗਾ, ਬਟ ਉਸਨੇ ਕਰ ਕਿਹਦੇ ਨਾਲ ਦਿੱਤਾ ਜੀ 4/3 ਨਾਲ ਕਰਤਾ। ਹੁਣ ਇੱਕ ਸਟੂਡੈਂਟ ਆ ਕੋਈ, ਉਸਨੇ ਗੁਣਾ ਕਿਹਦੇ ਨਾਲ ਕਰਨਾ ਚਾਹੀਦਾ ਸੀਗਾ, ਇੱਕ ਸਟੂਡੈਂਟ ਨੇ ਗੁਣਾ ਕਰਨਾ ਚਾਹੀਦਾ ਸੀਗਾ 3/4 ਦੇ ਨਾਲ, ਪਰ ਉਸਨੇ ਕਰ ਕਿਹਦੇ ਨਾਲ ਦਿੱਤਾ ਜੀ 4/3 ਦੇ ਨਾਲ। ਇਹ ਤਾਂ ਸਹੀ ਰਿਜ਼ਲਟ ਆ, ਇਹ ਤਾਂ ਸਹੀ ਰਿਜ਼ਲਟ ਆ, ਇਹ ਤਾਂ ਕਹਿ ਰਿਹਾ ਵੀ ਐਗਜ਼ਾਮੀਨਰ ਵੀ ਤੁਸੀਂ ਇਹਦੇ ਨਾਲ ਗੁਣਾ ਕਰ ਸਕਦੇ ਸੀਗੇ, ਬਟ ਇਹ ਗਲਤ ਆ ਵੀ ਇਹ ਕਹਿੰਦਾ ਵੀ ਇਹਦੇ ਨਾਲ ਹੋ ਗਈ ਆ ਗੁਣਾ। ਫਿਰ ਹੁਣ ਆਪਾਂ ਨੂੰ ਸੰਖਿਆ ਕਿਹੜੀ ਲੈਟ ਕਰਨੀ ਪਊਗੀ, ਤੇ ਮੇਰੇ ਪਿਆਰੇ ਦੋਸਤੋ ਤੁਸੀਂ ਕੀ ਕਰਨਾ ਜੀ 3 ਤੇ 4 ਦਾ ਕੀ ਲੈ ਲਓ ਐਲਸੀਐਮ ਲੈ ਲਓ, ਉਹੀ ਸੰਖਿਆ ਬਣੇਗੀ। ਐਲਸੀਐਮ ਲੈਣ ਤੇ ਸੰਖਿਆ ਕਿੰਨੀ ਬਣ ਗਈ ਜੀ 12। ਹੁਣ 12 ਨੂੰ ਇਹਦੇ ਨਾਲ ਮਲਟੀਪਲਾਈ ਕਰ ਦੋ ਤੇ 12 ਨੂੰ ਇਧਰ ਨਾਲ ਮਲਟੀਪਲਾਈ ਕਰ ਦੋ। ਹਾਂਜੀ 12 ਨਾਲ ਕਰਾਂਗੇ 4 3 12 ਸੰਖਿਆ ਕਿੰਨੀ ਆ ਜਾਊਗੀ 9। ਸੋ ਇਧਰ ਦੇਖਾਂਗੇ 4 3 12 ਸੰਖਿਆ ਕਿੰਨੀ ਆ ਗਈ 16। ਸੋ ਹੁਣ ਇੱਕ ਵਾਰ ਫਿਰ ਦੇਖਣੀ ਚੀਜ਼, ਹੁਣ ਪਹਿਲਾ ਸੰਖਿਆ ਕਿੰਨੀ ਸੀਗੀ 9, ਹੁਣ ਸੰਖਿਆ ਕਿੰਨੀ ਰਹਿ ਗਈ ਜੀ 9। ਲੈਟ ਸਪੋਜ਼ ਕਿ ਮੈਂ ਇਸ ਤਰ੍ਹਾਂ ਦੀ ਆਪਸ਼ਨ ਲਿਖ ਦਿੰਦਾ A B C ਤੇ D। ਮੰਨ ਲਓ ਕਿ ਇੱਕ ਮੈਂ A ਆਪਸ਼ਨ ਲਿਖ ਦਿੰਦਾ ਇੰਨੇ % ਦਾ ਵਾਧਾ, ਇੰਨੇ % ਦਾ ਵਾਧਾ, ਬਾਕੀ ਸਾਰੇ ਆਪਸ਼ਨਾਂ 'ਚ ਮੈਂ ਕੀ ਲਿਖ ਦਿੰਦਾ ਕਮੀ ਜੀ ਇੰਨੇ % ਦੀ ਕਮੀ ਜੀ ਇੰਨੇ % ਦੀ ਕਮੀ। ਇਹ ਵੈਲਿਊ ਚੇਂਜ ਹੋ ਸਕਦੀ ਹੈ, ਅਲੱਗ-ਅਲੱਗ ਵੈਲਿਊ ਹੋ ਸਕਦੀ ਹੈ, ਬਟ ਮੈਂ ਅਪਰੋਚ ਦੱਸ ਰਿਹਾ ਵੀ ਤੁਸੀਂ ਪੇਪਰ ਦੇ ਵਿੱਚ ਡਾਇਰੈਕਟ ਅਪਰੋਚ ਵੀ ਲਗਾ ਸਕਦੇ ਸੀ। ਹੁਣ ਦੇਖੋ ਜੀ 9 ਸੰਖਿਆ ਹੋਣੀ ਚਾਹੀਦੀ ਸੀ, ਸੰਖਿਆ ਹੋ ਕਿੰਨੀ ਗਈ 16 ਹੋ ਗਈ, ਤੇ ਇਹ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਸਟੂਡੈਂਟ ਦੱਸ ਦੇਵੇਗਾ ਵੀ ਸੰਖਿਆ ਦੇ ਵਿੱਚ ਹੋਇਆ ਕੀ ਆ, ਵਾਧਾ ਹੋਇਆ ਹੈ, % ਦਾ ਵਾਧਾ ਹੋਊਗਾ। ਤੇ ਜੇ % ਦਾ ਵਾਧਾ ਹੋਊਗਾ, ਹੁਣ ਤੁਸੀਂ ਧਿਆਨ ਦੇ ਨਾਲ ਦੇਖਣੀ ਗੱਲ, ਜੇ % ਦਾ ਵਾਧਾ ਹੋਊਗਾ ਤਾਂ ਇਹ ਤਾਂ ਸਾਰੀ ਕਮੀ ਵਾਲੀ ਆਪਸ਼ਨਾਂ ਨੇ ਤੇ ਇੱਕ ਹੀ ਵਾਧੇ ਵਾਲੀ ਹੈਗੀ, ਇਸ ਨੂੰ ਟਿਕ ਕਰ ਸਕਦੇ ਸੀ ਤੁਸੀਂ ਆਰਾਮ ਦੇ ਨਾਲ। ਹੁਣ ਆਪਾਂ ਆਉਂਦੇ ਇਸ ਦਾ ਪੂਰਾ ਹੱਲ ਕਰਨ ਦੀ ਗੱਲ ਜੀ। ਸੰਖਿਆ 9 ਸੀਗੀ, ਕਿੰਨੀ ਹੋ ਗਈ ਜੀ 16 ਹੋ ਗਈ, ਕਿੰਨੀ ਸੰਖਿਆ ਵੱਧ ਗਈ 7 ਸੰਖਿਆ ਵੱਧ ਗਈ, ਇਹਦੇ ਉੱਪਰ 9 ਉੱਪਰ ਗੁਣਾ ਕਰ ਦੋ 100 ਨਾਲ, ਇੰਨੇ % ਕੀ ਆ ਜਾਵੇਗਾ ਆਪਣਾ ਵਾਧਾ, ਇਸ ਦੀ ਆਪਸ਼ਨ ਆ ਜਾਊਗੀ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਤਰੀਕੇ ਦੇ ਜਿੰਨੇ ਵੀ ਕੁਐਸਚਨ ਹੈਗੇ ਸੋਲਵ ਕਰ ਸਕਦੇ ਹੋ। ਅਗਲੇ ਕੁਐਸਚਨ ਵੱਲ ਆਪਾਂ ਵਧਦੇ ਹਾਂ। ਹਾਂਜੀ ਇਹ ਵਾਲਾ ਕੁਐਸਚਨ ਹੁਣ ਤੁਸੀਂ ਆਪਣੇ ਆਪ ਹੀ ਕਰੋਗੇ ਆਰਾਮ ਦੇ ਨਾਲ, 1 ਮਿੰਟ ਦਾ ਬ੍ਰੇਕ ਦਿੱਤਾ ਜਾਂਦਾ ਹੈ, ਆਰਾਮ ਦੇ ਨਾਲ ਇਸ ਨੂੰ ਸੋਲਵ ਕਰੋ। ਹਾਂਜੀ तो देखते हैं कि जिदा उन्होंने की कहता भी उसने कहा भी एक आदमी 3/5 की बजाय उसने किहदे नाल गुणा करता जी 7/4 नाल गुणा करता। हुण तुसीं आराम नाल देखो
जी एक पासे लिख लो जी आराम दे नाल तुसीं लिख सकते हो जी 3/5 जी लिख दो जी 3/5 इत्थे लिख देंगे 3/5 हाँ जी। सो सैकेंड कितना हैगा जी 7/4 लो जी हुण आपां नूं संख्या का पता है नहीं तुसीं संख्या मान सकते हो 3 4 ते 5 का की लै लो एलसीएम लै एलसीएम किहदा 4 5 ते 4 का सो इन्हां दा एलसीएम लवांगे कितना आ जाएगा 20 आ जाएगा तो तुसीं मेरे प्यारे दोस्तों कितनी संख्या मान सकते हो 20 संख्या मान सकते हो हुण बस इस तो बाद कहानी कुछ भी नहीं रहेगी जेकर तुसीं 20 नूं 15 3/5 नाल गुणा करोगे इस नाल गुणा कर दो सो इस नाल गुणा कर दो तुसीं देखो जी 4 5 20 हो जाऊगा तो 4 तीए 12 हो जाऊगा इत्थे कितना ऑप्शन आ जाएगी 12 सो इत्थे देखो 5 इत्थे कितनी संख्या आ जाएगी 35 सो दोनों चीज़ां देख रहे हो तुसीं 20 नूं किहदे नाल गुणा कर दो 20 नूं ए वाला इत्थे कुछ भी नहीं हैगा कोई पॉइंट ना मान के बैठ जाना हाँ जी सो देखो जी इस 20 नूं किहदे नाल गुणा कीता जी 3/5 नाल ते 20 नूं किहदे नाल गुणा कीता जी 7/4 दे नाल ये संख्या 35 आ गई ये संख्या कितनी होगी 12 होगी हुण तुसीं ये देखो भी संख्या है कितनी पहला 12 ते बाद च कितनी हो गई है जी 35 किन्ने दा चेंज आ रहा है जल्दी जल्दी दस दो भी किन्ने दा चेंज आ रहा है जी तुसीं देखो भी 23 का चेंज आ रहा है किन्ने दा चेंज आ रहा है जी 23 का चेंज आ रहा है किन्ने दा चेंज आ रहा है जी 23 का सो 23 का चेंज आ रहा है किंदे उपर 12 के उपर सो मल्टीप्लाई कर दो 100 नाल किन्ने परसेंट आ जाऊगा 4 तीए 12 हो जाऊगा 25 चौका कितना हो जाऊगा 100 हो जाऊगा हुण देख लो जी 25 तीया 75 हो गया कितना आ जाएगा 5 ठीक है जी 25 तीया 75 ठीक 50 50 7 कितना आ जाऊगा 57 575 कितना आ जाऊगा 4 मे भी जे दो तुसीं इसनूं करने जाओगे 4 एक चौका चौका हो जाऊगा ठीक है जी कितना बच गया जो 9 27 ठीक है हाँ जी सो इसकी जी ऑप्शन आऊगी कितनी आ जाएगी 191.2/4% इसकी किहड़ी आ जाएगी ऑप्शन आ जाएगी 191 सही 2/3% दे एक ही होएगा बराबर होएगा सो इसकी ऑप्शन जी आऊगी वो किहड़ी आऊगी बी ऑप्शन आऊगी सो डायरैक्ट तुसीं देख सकते हो भी 575 नूं जेकर तुसीं भाग कर दो हाँ जी 575 बिल्कुल सही है जी 575 नूं जेकर तुसीं 4 ते भाग करोगे कितना आऊगा 191 सही 2/3% आऊगा सो ऑप्शन जी होगी वो किहड़ी होगी बी फॉर बाहुबली ठीक है जी हुण मैनूं लगदा भी नैक्सट जी अपनी क्वेश्चन बचदा है एक अलग जे प्रकार का क्वेश्चन तुहाडे सामने आउण वाला है पहला तो ये वाली चीज़ों को देख लो भी इसनूं सॉल्व किस तरीके नाल करना तो अगे देखते हैं हाँ जी एक आयत की लंबाई नूं 10% वधाया जाता है ਅਤੇ ਚੌੜਾਈ ਨੂੰ 20% ਘੱਟ ਕੀਤਾ ਜਾਂਦਾ ਹੈ ਤੇ ਨਵੇਂ ਆਇਤ ਦਾ ਕੀ ਪਤਾ ਕਰਨਾ ਜੀ ਖੇਤਰਫਲ ਕਿੰਨਾ ਹੋਵੇਗਾ ਹੁਣ ਪ੍ਰਤੀਸ਼ਤ ਚੇਂਜ ਦੱਸਣਾ ਵੀ ਏਰੀਆ ਦੇ ਵਿੱਚ ਹੁਣ ਪ੍ਰਤੀਸ਼ਤ ਚੇਂਜ ਦੱਸਣਾ ਆਪਾਂ ਏਰੀਆ ਦੇ ਵਿੱਚ ਇਹ ਕੁਐਸਚਨ ਮੈਨੂੰ ਲੱਗਦਾ ਵੀ ਪਤਾ ਨਹੀਂ ਕਿੰਨੀ ਵਾਰ ਪੁੱਛਿਆ ਜਾ ਚੁੱਕਿਆ ਹੈ ਇੱਥੇ ਦੋ ਟਾਈਪ ਬਣਦੀਆਂ ਮੇਰੇ ਪਿਆਰੇ ਬੱਚੇ ਇੱਕ ਤਾਂ ਕੀ ਹੈ ਵੀ ਇੱਕ ਤਾਂ ਮੈਂ ਜਿਹੜੀ ਲਾਸਟ ਕਲਾਸ ਦੇ ਵਿੱਚ ਚਰਚਾ ਕੀਤੀ ਸੀ ਵੀ ਇੰਨੇ ਪਰਸੈਂਟ ਵਧਾਇਆ ਗਿਆ ਤੇ ਇੰਨੇ ਪਰਸੈਂਟ ਘਟਾਇਆ ਗਿਆ ਵੀ ਡਿਟੋ ਵੈਲਿਊ ਹੋਵੇ भी A% ही बढ़ा दे तो A% ही घटा दे उत्थे जिहड़ा अपना रिजल्ट मेरे दोस्तों निकल के आउंदा सीगा वो अपना निकल के आउंदा सीगा भी A²/100 मैं इसका डिटेल पढ़ा चुकी हाँ ठीक है जी जिस दे विच की है कि जिन्ने परसेंट का वाधा किया जाए तो उन्ने परसेंट की कमी की जाए तो हमेशा की होंदा है लॉस होंदा है बट एक क्वेश्चन थोड़ा जिहा हट के आ गया अगर इसकी गल करिए तो यह की होगा हुण अपने कोले हुण मैं एक छोटी जी गल समझाउण की कोशिश करदा इत्थे गल करते हैं आपां हुण 10% तो मीनिंग की है आराम दे नाल गल नूं समझना है मेरे प्यारे बच्चों 10% तो मीनिंग है जी 1/10 ठीक है जी गल अगर गल करिए आपां 20% की तो 20% मेरे प्यारे बच्चों किहदे बराबर हैगा जी 1/5 हुण जिहड़ी मैं एक गल स्टार्टिंग दे विच बोली सीगी भी नीचे वाली जिहड़ी वैल्यू होगी नीचे वाली जिहड़ी वैल्यू होगी ये अपनी किहड़ी वैल्यू होगी ये अपनी ओरिजिनल वैल्यू होगी इस दे विच कुछ भी वाधा घाटा अजे तक नहीं किया गया ना ही इस दे विच कोई परसेंट चेंज किया गया परसेंट चेंज करन तो बाद अपने सामने नवी वैल्यू आऊगी भी जदों उसने ये गल करती भी 20% जोड़ दिता गया या 20% घटा दिता गया फिर की है कि 20% जोड़न तो मीनिंग है कि 5 तो वैल्यू कितनी हो जाएगी 6 हो जाएगी सो यही मीनिंग आप देखा पिछे हुण इसनूं सॉल्व करने की कोशिश करते हैं मैं एक बार डिटेल च पढ़ा रहा तुसीं शॉर्ट भी बना लेना इसका आराम दे नाल आपां बना सकते हैं सो देखो गल कर लिया जी लंबाई की लेंथ की गल कर रहे भी 10% वध गई है हुण 10% वध गई है तो तुसीं कह सकते भी जेकर L1 की गल करिए भी पहला L कितनी सीगी 10 सीगी पहला L कितनी सीगी 10 सीगी ते बाद दे विच गल कर दईए
ਵੀ L2 ਕਿੰਨੀ ਹੋगी जी मेरे प्यारे बच्चों, L2 कितनी हो जाएगी 10% ਵਧੀ ਆ ਤੇ 10 ਦਾ 10% ਕਰਾਂਗੇ ਕਿੰਨਾ ਆਨਸਰ ਆ ਜਾਵੇਗਾ 1। ਪਹਿਲਾਂ ਕਿੰਨੀ ਸੀਗੀ 10 ਤੇ ਹੁਣ ਕਿੰਨੀ ਹੋ ਜੂਗੀ 11 ਹੋ। ਠੀਕ ਹੈ ਗੱਲ, ਇੰਨੇ ਤੱਕ ਗੱਲ ਸਮਝ ਲੱਗ ਗਈ ਹੋਊਗੀ। ਸੋ ਹੁਣ ਨੈਕਸਟ ਦੇਖਦੇ ਹਾਂ ਜੀ, ਜੇ ਅੱਗੇ ਗੱਲ ਕੀਤੀ ਗਈ ਚੜਾਈ ਦੀ, ਚੜਾਈ ਕੀ ਹੋਇਆ ਜੀ 20% ਘੱਟ ਕੀਤੀ ਜਾਂਦੀ ਹੈ। 20% ਘੱਟ ਕਰਨ ਤੋਂ ਮੀਨਿੰਗ ਕਿ ਜਿਹੜੀ B ਹੈਗੀ ਆਪਣੀ, ਠੀਕ ਹੈ ਜੀ, ਜਿਹੜੀ ਆਪਣੇ ਕੋਲੇ B ਹੈਗੀ ਆ, B1 ਦੀ ਗੱਲ ਕਰੀਏ ਵੀ ਜਿਹੜੀ ਸਟਾਰਟਿੰਗ ਦੇ ਵਿੱਚ ਸੀਗੀ ਉਹ ਕਿੰਨੀ ਸੀਗੀ ਆਪਣੇ ਕੋਲੇ ਮੇਰੇ ਪਿਆਰੇ ਜਿਹੇ ਬੱਚੇ, ਉਹ 5 ਸੀ। ਹੁਣ B 20% ਘਟਾਈ ਗਈ ਹੈ ਤਾਂ ਕਹਿਣ ਤੋਂ ਮੀਨਿੰਗ ਕਿ 5 ਦਾ 20% ਕੀਤਾ 1, ਤੇ ਹੁਣ ਆਪਣੇ ਕੋਲੇ ਜਿਹੜੀ B ਰਹਿ ਜੂਗੀ, ਹੁਣ ਆਪਣੇ ਕੋਲੇ B ਕਿੰਨੀ ਮੇਰੇ ਪਿਆਰੇ ਬੱਚੇ ਰਹਿ ਜੂਗੀ 4 ਰਹਿ ਜੂਗੀ। ਇਹਨਾਂ ਪਹਿਲਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖੋ, ਆਰਾਮ ਦੇ ਨਾਲ ਦੇਖੋ ਇਸ ਵਾਲੇ ਕਨਸੈਪਟ ਨੂੰ ਵੀ ਪਹਿਲਾਂ L ਕਿੰਨੀ ਸੀਗੀ 10 ਤੇ ਬਾਅਦ ਵਿੱਚ L ਕਿੰਨੀ ਰਹਿ ਹੋਗੀ 11 ਹੋਗੀ, ਕਿਉਂਕਿ ਉਸਨੇ 10% ਦਾ ਵਾਧਾ ਕਰਤਾ। ਸੋ ਹੁਣ ਗੱਲ ਕਰੀਏ B ਦੀ, ਪਹਿਲਾਂ B ਕਿੰਨੀ ਸੀਗੀ 5, ਸੋ 5 ਦੇ ਵਿੱਚ 20% ਦੀ ਕਮੀ ਹੋਗੀ ਤੇ ਕਹਿਣ ਦਾ ਮੀਨਿੰਗ ਕਿ 1 ਦੀ ਕਮੀ ਹੋਗੀ, ਕਿੰਨੀ ਰਹਿ ਗਈ B 4 ਰਹਿ ਗਈ। ਹੁਣ ਤੁਸੀਂ ਸਾਰੇ ਜਾਣਦੇ ਹੋਗੇ ਵੀ ਜਿਹੜਾ ਏਰੀਆ ਹੁੰਦਾ ਟ੍ਰਾਇੰਗਲ ਦਾ, ਏਰੀਆ ਆਫ ਟ੍ਰਾਇੰਗਲ, ਇੱਥੇ ਮੈਂ ਲਿਖ ਦਿੰਦਾ ਏਰੀਆ ਆਫ ਰੈਕਟੈਂਗਲ, ਠੀਕ ਹੈ ਜੀ। ਇਹ ਕਿਹਦੇ ਬਰਾਬਰ ਹੁੰਦਾ ਜੀ, ਇਹ L ਗੁਣਾ B ਦੇ ਬਰਾਬਰ ਹੁੰਦਾ। ਲੰਬਾਈ ਗੁਣਾ ਚੜਾਈ ਕਰਦੀ, ਜਦੋਂ ਲੰਬਾਈ ਗੁਣਾ ਚੜਾਈ ਤੁਸੀਂ ਕਰ ਦਿੰਦੇ ਹੋ ਤੇ ਤੁਹਾਡੇ ਕੋਲ ਕੀ ਆ ਜਾਊਗਾ, ਰੈਕਟੈਂਗਲ ਦਾ ਏਰੀਆ ਆ ਜਾਊਗਾ। ਠੀਕ ਹੈ ਜੀ, ਮੈਂ ਇੱਥੇ ਇੱਕ ਵਾਰ ਫਿਰ ਲਿਖ ਦਿੰਦਾ ਵੀ ਰੈਕਟੈਂਗਲ ਦਾ ਜਿਹੜਾ ਏਰੀਆ ਹੁੰਦਾ ਉਹ ਕਿੰਨਾ ਹੁੰਦਾ ਜੀ, L ਗੁਣਾ B ਹੁੰਦਾ। ਲੰਬਾਈ ਨੂੰ ਚੜਾਈ ਨਾਲ ਗੁਣਾ ਕਰ ਦਿੰਦੇ ਤਾਂ ਆਪਣੇ ਕੋਲ ਕੀ ਆ ਜਾਂਦਾ, ਏਰੀਆ ਆ ਜਾਊਗਾ। ਹੁਣ ਦੇਖੋ ਜੀ ਪਹਿਲਾ ਏਰੀਆ ਕਿੰਨਾ ਹੋਊਗਾ, ਸੋ ਫਸਟ ਟਾਈਮ ਦੇ ਵਿੱਚ ਇਹ ਤਾਂ ਰਿਹਾ L, ਫਸਟ ਟਾਈਮ ਦੇ ਵਿੱਚ ਇਹ ਕੀ ਰਹੀ B, ਅਗਰ ਦੋਨਾਂ ਨੂੰ ਤੁਸੀਂ ਮਲਟੀਪਲਾਈ ਕਰ ਦੋਗੇ ਕਿੰਨਾ ਆ ਜਾਊਗਾ 50 ਆ ਜਾਊਗਾ। ਸੋ ਪਹਿਲਾ ਏਰੀਆ ਕਿੰਨਾ ਸੀਗਾ ਰੈਕਟੈਂਗਲ ਦਾ 50, ਤੇ ਜਦੋਂ ਵਧਾਉਣ ਘਟਾਉਣ ਤੋਂ ਬਾਅਦ ਦੀ ਗੱਲ ਕਰੀਏ ਤੇ ਇਹਨਾਂ ਦੋਨਾਂ ਨੂੰ L ਗੁਣਾ B ਕਰਤਾ ਤੇ ਇਹ ਕਿੰਨਾ ਆ ਜਾਊਗਾ 44 ਆ ਜਾਊਗਾ। ਕਿੰਨਾ ਆ ਜਾਊਗਾ ਮੇਰੇ ਪਿਆਰੇ ਬੱਚਿਓ 44 ਆ ਜਾਊਗਾ। ਪਹਿਲਾ ਏਰੀਆ ਰੈਕਟੈਂਗਲ ਦਾ 50 ਸੀਗਾ ਤੇ ਹੁਣ ਰੈਕਟੈਂਗਲ ਦਾ ਏਰੀਆ ਕਿੰਨਾ ਹੋ ਗਿਆ 44 ਹੋ ਗਿਆ। ਸੋ ਕਿੰਨੇ ਦਾ ਚੇਂਜ ਆ ਗਿਆ ਜੀ, ਦੇਖ ਲਓ 50 ਦੇ ਵਿੱਚੋਂ ਕਿੰਨੇ ਦਾ ਚੇਂਜ ਆ ਗਿਆ ਜੀ, 6 ਦਾ ਚੇਂਜ ਆ ਜਾਊਗਾ। ਆਰਾਮ ਦੇ ਨਾਲ ਦੇਖੋ ਇਸ ਨੂੰ ਜੀ, ਪਹਿਲਾ ਏਰੀਆ ਕਿੰਨਾ ਜੀ 50, ਬਾਅਦ ਦੇ ਵਿੱਚ ਕਿੰਨਾ ਰਹਿ ਗਿਆ 44 ਰਹਿ ਗਿਆ। ਸੋ ਹੁਣ ਦੇਖੋ ਜੀ ਜੇਕਰ ਆਪਾਂ ਗੱਲ ਕਰਦੇ ਹਾਂ, ਹੁਣ ਪਹਿਲੀ ਗੱਲ ਤਾਂ ਇਹ ਵੀ 44 ਰਹਿ ਗਿਆ ਤੇ ਕਰਨ ਤੋਂ ਮੀਨਿੰਗ ਕੁਛ ਨਾ ਕੁਛ ਘਟਿਆ। ਪਹਿਲਾਂ ਆਪਸ਼ਨ ਦੇਖੋ ਕੋਈ ਘੱਟ ਵਾਲੀ ਹੈ ਆਪਸ਼ਨ, ਹਾਂਜੀ ਇਹ ਵਾਲੀ ਵੱਧ ਵਾਲੀ ਤਾਂ ਨਹੀਂ ਹੋ ਸਕਦੀ, ਇਹ ਵੀ ਵੱਧ ਵਾਲੀ ਨਹੀਂ ਹੋ ਸਕਦੀ, ਇਹ ਤਾਂ ਦੋਨੇ ਉੱਡ ਗਈਆਂ ਆਰਾਮ ਦੇ ਨਾਲ। ਹੁਣ ਦੋ ਬਚੀਆਂ ਹੋਈਆਂ 12% ਤੇ 30%, ਸੋ ਹੁਣ ਇਸ ਦੇ ਵਿੱਚ ਕੋਈ ਨਾ ਕੋਈ ਆਪਸ਼ਨ ਹੋਊਗੀ, ਇਸ ਦੇ ਵਿੱਚ ਜਿਹੜੀ ਆਪਸ਼ਨ ਹੋਊਗੀ ਉਸ ਨੂੰ ਆਪਾਂ ਆਰਾਮ ਦੇ ਨਾਲ ਦੇਖ ਲੈਂਦੇ ਆ। ਸੋ ਕਿੰਨੇ ਦਾ ਫਰਕ ਪੈ ਗਿਆ ਜੀ, ਇੱਥੇ ਫਰਕ ਪੈ ਗਿਆ ਜੀ 6 ਦਾ, ਕਿਹਦੇ ਉੱਪਰ 50 ਉੱਪਰ ਗੁਣਾ 100, ਠੀਕ ਹੈ ਜੀ। 50 ਗੁਣਾ ਕਿੰਨਾ ਹੋ ਜਾਊਗਾ 100 ਤੇ 6 ਗੁਣਾ ਕਿੰਨਾ ਹੋ ਜਾਊਗਾ 12%। ਹੁਣ 12% ਕੀ ਹੋਊਗਾ, ਵਾਧਾ ਹੋਊਗਾ ਘਟੇਗਾ ਜਾਂ ਫਿਰ 12% ਦੇਖੋ ਆਰਾਮ ਦੇ ਨਾਲ ਕਿ 50% ਸੀ 44% ਰਹਿ ਗਿਆ, ਮਤਲਬ ਘਟੇਗਾ ਹੀ। 12% ਕੀ ਹੋਊਗਾ ਘਟੇਗਾ, 12% ਕੀ ਹੋਊਗਾ ਘਟੇਗਾ। ਆ ਦੇਖੋ ਮੈਂ ਜਿਹੜੀ ਪਿੱਛੇ ਗੱਲ ਕਰ ਰਿਹਾ ਸੀ, ਸੋ ਆਪਸ਼ਨ ਜਿਹੜੀ ਹੋਊਗੀ ਆਪਣੇ ਕੋਲ ਕਿਹੜੀ ਹੋਊਗੀ, ਇਹ ਆਪਸ਼ਨ ਹੋਊਗੀ। ਸੋ ਦੇਖੋ 12% ਦੇ ਵਿੱਚ ਉਸਨੇ ਦੋ ਚੀਜ਼ਾਂ ਦੇ ਦਿੱਤੀਆਂ, ਇੱਕ ਤਾਂ ਕਹਿਤਾ ਵੀ 12% ਘਟ ਜਾਂ ਫਿਰ 12% ਵੱਧ ਵਾਲੀ ਤਾਂ ਗੱਲ ਹੀ ਹੋ ਨਹੀਂ ਸਕਦੀ। ਕਿਉਂ ਨਹੀਂ ਹੋ ਸਕਦੀ, ਕਿਉਂਕਿ 50 ਤੋਂ ਏਰੀਆ ਕਿੱਥੇ ਹੋ ਗਿਆ 44 ਤੇ ਹੋ ਗਿਆ। ਸੋ ਫਿਰ ਕਿੱਦਾਂ ਵੱਧ ਸਕਦੀ ਆ, ਨਹੀਂ ਵੱਧ ਸਕਦੀ। ਸੋ ਇਸ ਦੀ ਜਿਹੜੀ ਆਪਸ਼ਨ ਆਊਗੀ ਉਹ ਕਿਹੜੀ ਹੋਊਗੀ 12% ਘੱਟ। ਤੇ ਮੈਂ ਆਹੀ ਗੱਲ ਪਿੱਛੇ ਬੋਲ ਕੇ ਹਟਿਆ ਵੀ ਲੈਟ ਸਪੋਜ਼ ਕਿ ਇੱਥੇ ਵੀ ਘੱਟ ਲਿਖਿਆ ਹੁੰਦਾ, ਠੀਕ, ਇੱਥੇ ਵੀ ਸੌਰੀ ਕੀ ਲਿਖਿਆ ਹੁੰਦਾ, ਇੱਥੇ ਵੀ ਵੱਧ ਲਿਖਿਆ ਹੁੰਦਾ, ਇੱਥੇ ਵੀ ਵੱਧ ਲਿਖਿਆ ਹੁੰਦਾ। ਸੋ ਡਾਇਰੈਕਟ ਕੱਟ ਕੇ ਆਪਾਂ ਇਹ ਆਪਸ਼ਨ ਟਿਕ ਕਰਕੇ ਅੱਗੇ ਲੰਘ ਜਾਣਾ ਸੀਗਾ, ਆਪਾਂ ਨੂੰ ਸੋਲਵ ਕਰਨ ਦੀ ਵੀ ਲੋੜ ਨਹੀਂ ਪਈ ਵੀ ਇੰਨੇ % ਹੈਗਾ। तो ਅੱਗੇ ਦੇਖਦੇ ਆਪਣੇ ਸਾਹਮਣੇ ਜਿਹੜਾ ਕੁਐਸਚਨ ਨਿਕਲ ਕੇ ਆਇਆ। ਹਾਂਜੀ, ਸੋ ਇਹ ਵਾਲਾ ਜਿਹੜਾ ਕੁਐਸਚਨ ਆ ਇਹ ਤਾਂ ਮੈਨੂੰ ਲੱਗਦਾ ਵੀ ਵਾਰ-ਵਾਰ ਪੇਪਰ ਦੇ ਵਿੱਚ ਘੁੰਮ ਰਿਹਾ ਜੀ, ਇੰਨੇ % ਦਾ ਵਾਧਾ ਜੀ, ਇੰਨੇ % ਲਗਾਤਾਰ ਵੱਧਦੀ ਜਾ ਰਹੀ ਹੈ ਚੀਜ਼। ਇੱਥੇ ਇੱਕ ਹੁਣ ਨਵਾਂ ਜਿਹਾ ਕਨਸੈਪਟ ਆਪਣੇ ਸਾਹਮਣੇ ਆਊਗਾ ਜਿਸ ਨੂੰ ਆਪਾਂ ਪੜ੍ਹਦੇ ਹਾਂ ਸਕਸੈਸਿਵ ਇਨਕਰੀਜ਼ ਜਾਂ ਆਪਾਂ ਪੜ੍ਹਦੇ ਹਾਂ ਸਕਸੈਸਿਵ ਡਿਕਰੀਜ਼। ਸੋ ਬਹੁਤ ਪਿਆਰਾ ਜਿਹਾ ਕਨਸੈਪਟ ਹੈ, ਪਹਿਲਾਂ ਉਸ ਨੂੰ ਸਮਝਦੇ ਹਾਂ ਫਿਰ ਕੁਐਸਚਨ ਵੱਲ ਆਉਂਦੇ ਹਾਂ। ਹਾਂਜੀ, ਸੋ ਮੇਰੇ ਪਿਆਰੇ ਬੱਚੋ ਵੀ ਸਕਸੈਸਿਵ ਇਨਕਰੀਜ਼ ਕੀ ਹੁੰਦਾ, ਹਾਂਜੀ ਪਹਿਲਾਂ ਗੱਲ ਕਰ ਲੈਂਦੇ ਜੀ ਸਕਸੈਸਿਵ ਇਨਕਰੀਜ਼ ਦੀ। ਸੋ ਇੱਕ ਸ਼ਬਦ ਮੇਰੇ ਪਿਆਰ ਹੈ ਜੀ ਬੱਚੋ ਇਹ ਹੁੰਦਾ
सो एक शब्द की गल करते हैं पहला, इस बारी चर्चा कर लेते हैं सक्सेसिव इनक्रीज की होंदा। सो देखना सक्सेसिव का मीनिंग होंदा मेरे प्यारे बच्चों भी लगातार वाधा, लगातार लगातार वाधा। सक्सेस इंक्रीज तो तुसी मीनिंग समझ ही गए होगा, इंक्रीज का मीनिंग वाधा होंदा ते सक्सेसिव का मीनिंग होंदा भी लगातार, लगातार किसी चीज दे विच वाधा होना, उसनूं आपां की कह दिंदे आ सक्सेसिव इनक्रीज। अगर किसी चीज दे विच लगातार घटदी जा रही है भी इन्ने परसेंट लगातार घटदी जा रही है, उसनूं पढ़ दिंदे आ सक्सेसिव डिक्रीज। दो टर्मां ने इत्थे यूज कीतियां जांदियां ने जदों तुसीं आबादी वाले क्वेश्चन पॉपूलेशन वाले जिहड़े क्वेश्चन करदे हो, उत्थे मोस्टली ये कंसैप्ट अप्लाई किया जा रहा होंदा है। ये अपना जाके अगे SI दे विच सॉरी CI दे विच भी जाके अप्लाई होगा। उत्थे जिन्नी भी CI हैगी है सारी दी सारी जेकर गल करिए तो सक्सेसिव दे उपर ही खड़ी हुई है, सक्सेसिव इंक्रीज दे उपर ही खड़ी हुई है, क्योंकि ब्याज दे उपर ब्याज लग रहा होंदा है। सो देखते हैं कि सक्सेसिव इंक्रीज की है कि जिद्दां मेरे प्यारे जे बच्चों मैं ये गल करती भी 5% का लगातार 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 2 साल वाधा। हुण इस तो मीनिंग की निकल के आया भी सक्सेसिव इंक्रीज इसनूं आपां कह दांगे भी 5% के हिसाब नाल लगातार 2 साल चीज वधी है। अगर कोई भी चीज हैगी मान लो कि 1000 आ, 1000 रुपया हैगा तुहाडे कोल, 1000 रुपया लगातार 5% की रेट नाल 2 साल वधिया, सो इसनूं आपां की कह दांगे सक्सेसिव इंक्रीज कह दांगे लगातार 5% की रेट नाल। हुण इसदा मीनिंग की होया, इसदा मीनिंग मेरे प्यारे बच्चों ये होया कि तुसीं 5% देखो पहला जी, 5% किहदे बराबर होगा मेरे प्यारे जे दोस्तों, 5% होगा जी 1/20 के बराबर। किहदे बराबर होगा जी 1/20 के बराबर, ठीक है जी। सो हुण इसदा मीनिंग की निकल के आऊगा, इसदा मीनिंग निकल के आएगा भी पहला साल जिहड़ी संख्या होगी, देखो 20 सी 20 का 5% करांगे कितना हो जाऊगा 1 हो जाऊगा, 20 दे विच 1 जोड़ गया कितना हो गया 21 हो गया। हुण जिहड़ी आपां पिछे गल करी सीगी भी पहले साल कोई चीज 20 तो कितनी हो जाऊगी अपने कोले 21 हो जाऊगी, पहले साल 20 तो चीज कितनी हो जाऊगी 21 हो जाऊगी। तो दूसरे साल भी 5% हैगा, दूसरे साल भी कितना हैगा मेरे प्यारे दोस्तों 5% हैगा, तो 5% कितना हुंदा जी 1/20। सो दूसरे साल की गल कर दिए तो दूसरे साल भी वो चीज कितनी हो जाऊगी 20 तो कितनी हो जाऊगी 21 हो जाऊगी। सो पहला इस चीज को देखो भी अगर 3 साल की गल कर दिंदा, अगर 3 साल की गल कर दिंदा तो 3 साल की हो गया, फिर तीसरे साल भी चीज की हैगी सी 5% वधिया, 5% तो मीनिंग कि 1/20, फिर तीसरे साल भी चीज कितनी हो जावे 20 तो 21 हो जावे। पहला ये वाली गल को तुसीं ध्यान च रखना, तुसीं देखो भी ये चीज हो की रही है भी कोई चीज 20 तो कितनी हो रही है 21 होने जा रही है, फिर 20 तो 21, फिर 20 तो 21 हो जा रही है। सो लगातार 3 साल वाधा हो गया। सो हुण नैक्सट गल करते हैं आपां इत्थे जिहड़ी क्वेश्चन लिखा वो 2 साल तक लिखा है, इसनूं मैं एक बार रेज कर दें। हाँ जी, सो हुण देखते हैं तुसीं इसनूं डायरैक्ट मल्टीप्लाई कर दो मेरे प्यारे बच्चों, ये कितना हो जाऊगा 20 आ 20 400 हो जाएगा, 21 कितना हो जाएगा 442 हो जाऊगा, ठीक है जी। 21 का स्क्वायर कितना हो जाएगा 442 होना चाहिए। हाँ जी 144 441, हाँ जी। सो 21 का स्क्वायर कर दी तो कितना आंसर आ जाएगा अपने को 441। और अगर इसने ये गल करती भी कोई चीज शुरू दे विच पता तुहाडे कोले कितनी सीगी, उसने ये गल करती भी शुरू दे विच कोई चीज तुहाडे कोले सीगी 16000, मान लो कि 16000 रुपए सी, 16000 रुपए सी, 16000 रुपए दे विच लगातार 2 साल 5% की रेट के नाल वाधा होया, तो हुण वैल्यू दसो भी कितनी होगी। हुण इसका मीनिंग यही होएगा कि 5% ਵਧਣ ਦੇ ਨਾਲ की हो गया भी 5% 20 तो चीज 21 हो रही है। सो अपने कोले तो वैल्यू कितनी आ रही है 400, इसनूं आपां कहंदे आ इनिशियल स्टार्टिंग वाली वैल्यू, ਜਾਂ इसनूं तुसीं ओरिजिनल भी पढ़ सकते हो स्टार्टिंग वाली भी पढ़ सकते हो। इसकी वैल्यू की हुंदी है इनिशियल हुंदी है, ये वैल्यू किहड़ी होगी इनिशियल वैल्यू होगी स्टार्टिंग वाली वैल्यू होगी। सो ये वाली जिहड़ी होगी ये अपने कोले किहड़ी होगी ये फाइनल वैल्यू होगी लास्ट वाली होगी। सो ये दो चीज़ों को ध्यान च रखना। सो स्टार्टिंग दे विच चीज़ अपने कोल कितनी सीगी 16000 रुपए सीगे, कहण तो मीनिंग कि जिहड़ी 400 की वैल्यू हैगी ये कितनी हैगी है जी 16000, 4 की वैल्यू कितनी हैगी है जी 16000। सो ये किंदे नाल गुना हो जाऊगा ये 40 नाल गुना हो। सो जे पूछा जाता भी 2 साल बाद कितनी पॉपूलेशन हो गया सॉरी
2 ਸਾਲਾਂ ਬਾਅਦ ਕਿੰਨੇ ਰੁਪਏ ਹੋ ਜਾਣਾ। ਸੋ ਸਟਾਰਟਿੰਗ ਦੇ ਵਿੱਚ ਉਸਨੇ 16000 ਰੁਪਏ ਦਿੱਤੇ ਸੀਗੇ, ਆਪਣੇ ਕੋਲੇ ਕਿੰਨੇ ਆਏ 400। ਸੋ 400 ਨੂੰ 40 ਨਾਲ ਕੀਤਾ ਕਿੰਨਾ ਬਣ ਗਿਆ 16000 ਬਣ ਗਿਆ। ਸੋ ਜੇਕਰ ਇੱਧਰ ਵੀ 40 ਨਾਲ ਕਰਿਆ ਮੇਰੇ ਪਿਆਰੇ ਬੱਚੋ, ਇੱਧਰ ਵੀ ਕਿੰਨੇ ਨਾਲ ਗੁਣਾ ਕਰਨਾ ਪਊਗਾ 40 ਨਾਲ ਗੁਣਾ ਕਰਨਾ। ਸੋ ਇੱਧਰ ਵੀ ਕਿੰਨੇ ਨਾਲ ਗੁਣਾ ਕਰਨਾ ਪਊਗਾ 40 ਨਾਲ ਗੁਣਾ ਕਰਨਾ ਪਊਗਾ। ਕਿੰਨਾ ਬਣ ਜਾਏਗਾ 4 4 ਚੁੱਕੇ 16 ਹੋ ਗਿਆ, 1 4 ਤੇ 17 ਕਿੰਨਾ ਹੋ ਜਾਏਗਾ, ਹਾਂਜੀ 17660 ਕੀ ਹੋ ਜਾਵੇਗਾ ਹੁਣ ਉਸ ਦੀ ਵੈਲਿਊ ਆ ਜਾਏ। ਇਹ ਤਾਂ ਹੋ ਗਿਆ ਮੇਰੇ ਪਿਆਰੇ ਜੀ ਬੱਚੋ ਸਕਸੈਸਿਵ ਇਨਕਰੀਜ਼। ਸੋ ਗੱਲ ਕਰਦੇ ਹਾਂ ਹੁਣ ਇੱਕ ਛੋਟੀ ਜਿਹੀ ਹੋਰ ਐਗਜ਼ਾਮਪਲ ਲੈ ਕੇ, ਠੀਕ ਹੈ ਜੀ। ਮੈਂ ਇਸ ਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਿੱਦਾਂ ਮੰਨ ਲਓ ਕਿ ਉਸਨੇ ਤੁਹਾਡੇ ਕੋਲੇ ਇਹ ਗੱਲ ਕਰਤੀ ਵੀ ਤੁਹਾਡੇ ਕੋਲ 1000 ਰੁਪਏ ਹੈਗਾ, ਕਿੰਨਾ ਹੈਗਾ ਜੀ 1000 ਰੁਪਏ। ਗੱਲ ਨੂੰ ਧਿਆਨ ਚ ਰੱਖਣਾ ਜੀ। ਸੋ 1000 ਰੁਪਏ ਦੇ ਵਿੱਚ ਕਿੰਨੇ 2 ਸਾਲ, ਠੀਕ ਹੈ ਜੀ, ਕਿੰਨੇ ਸਾਲ 2 ਸਾਲ। ਕਿਸ ਰੇਟ ਦੇ ਨਾਲ 10% ਦੀ ਰੇਟ ਦੇ ਨਾਲ ਲਗਾਤਾਰ ਵਾਧਾ ਕੀਤਾ ਗਿਆ। ਹੁਣ 10% ਦੀ ਰੇਟ ਦੇ ਨਾਲ 2 ਸਾਲ ਲਗਾਤਾਰ ਵਾਧਾ ਕੀਤਾ ਗਿਆ। ਪਹਿਲਾਂ ਕਿੰਨੀ ਚੀਜ਼ ਸੀਗੀ 1000 ਸੀਗੀ, ਪਰ 2 ਸਾਲਾਂ ਬਾਅਦ ਕਿੰਨੀ ਹੋ ਜੂਗੀ, ਸਵਾਲ ਉਸਦਾ ਇਹ ਆ ਵੀ 2 ਸਾਲਾਂ ਬਾਅਦ ਕਿੰਨੀ ਹੋ ਜੂਗੀ। ਸੋ ਗੱਲ ਕਰੀਏ ਵੀ ਆਫਟਰ 2 ਈਅਰ, ਆਫਟਰ 2 ਈਅਰ, ਆਫਟਰ 2 ਈਅਰ ਜਿਹੜੀ ਅਮਾਉਂਟ ਹੈ ਉਹ ਕਿੰਨੀ ਹੋ ਜੂਗੀ, ਉਸਦਾ ਸਵਾਲ ਇਹ ਹੈ। ਹੁਣ ਤੁਸੀਂ ਇਸ ਤੇ ਡਾਇਰੈਕਟ ਸਕਸੈਸਿਵ ਇਨਕਰੀਜ਼ ਜਿਹੜਾ ਹੈਗਾ ਤੁਸੀਂ ਅਪਲਾਈ ਕਰ ਸਕਦੇ। ਕਿਸ ਤਰੀਕੇ ਨਾਲ ਤੁਸੀਂ ਦੇਖੋ ਵੀ 10% ਕਿਹੜਾ ਹੁੰਦਾ ਹੈਗਾ ਆਪਣੇ ਕੋਲੇ 10% ਹੋਊਗਾ ਮੇਰੇ ਪਿਆਰੇ ਜਿਹੇ ਬੱਚਿਓ 1/10 ਦੇ ਬਰਾਬਰ। ਤੁਸੀਂ ਕਹਿ ਸਕਦੇ ਹੋ, ਤੁਸੀਂ ਆਰਾਮ ਦੇ ਨਾਲ ਕਹਿ ਸਕਦੇ ਹੋ ਵੀ ਜਿਹੜਾ 10 ਤੋਂ ਪਹਿਲਾਂ ਵੈਲਿਊ ਕਿੰਨੀ ਹੋ ਜੂਗੀ 11 ਹੋ ਜੂਗੀ ਪਹਿਲੇ ਸਾਲ, ਠੀਕ ਹੈ ਜੀ। ਫਿਰ ਦੂਸਰੇ ਸਾਲ 10% ਦੀ ਰੇਟ ਲੱਗੀ ਹੈ ਜੀ, 10% ਕਿੰਨੀ ਹੁੰਦੀ ਜੀ 1/10, ਪਹਿਲਾ ਸੰਖਿਆ ਕਿੰਨੀ ਹੋਊਗੀ 10, ਬਾਅਦ ਚ ਕਿੰਨੀ ਹੋ ਜੂਗੀ ਚੀਜ਼ 11 ਹੋ ਜਾਊਗੀ। ਇਹ ਜਿਹੜੀ ਗੱਲ ਕਰਦੇ ਪਿਆ ਇਹ ਦੂਸਰੇ ਸਾਲ ਦੀ ਗੱਲ ਕਰਦੇ ਪਏ, ਇਹ ਵੀ 1 ਸਾਲ ਦਾ ਗੈਪ ਹੈ ਜੀ, ਠੀਕ ਹੈ ਜੀ। ਟੋਟਲ 2 ਸਾਲ ਦਾ ਗੈਪ ਬਣ ਜਾਵੇਗਾ। ਸੋ ਇਸ ਨੂੰ ਤੁਸੀਂ ਡਾਇਰੈਕਟ ਮਲਟੀਪਲਾਈ ਕਰ ਦਿਓ, ਕਿੰਨੀ ਹੋਗੀ ਚੀਜ਼ ਤੁਹਾਡੇ ਕੋਲੇ 100 ਹੋਗੀ। ਇਸ ਨੂੰ ਡਾਇਰੈਕਟ ਮਲਟੀਪਲਾਈ ਕਰਾਂਗੇ ਤਾਂ ਕਿੰਨੀ ਹੋ ਜੂਗੀ 11 11 121 ਹੋ ਜੂਗਾ। ਹੁਣ ਦੇਖੋ ਵੀ ਇਹ ਮੈਂ ਕਹਤਾ ਵੀ ਤੁਹਾਡੇ ਕੋਲ ਸਟਾਰਟਿੰਗ ਵਾਲੀ ਵੈਲਿਊ ਆ, ਇਨੀਸ਼ੀਅਲ ਵੈਲਿਊ ਆ। ਇਨੀਸ਼ੀਅਲ ਵੈਲਿਊ ਆਪਣੇ ਕੋਲੇ ਕਿੰਨੇ ਦਿੱਤੀ ਹੋਈ ਆ 1000 ਦਿੱਤੀ ਹੋਈ ਆ। ਉਸਨੇ ਕਿਹਾ ਵੀ ਆਪਣੇ ਕੋਲੇ ਤਾਂ 100 ਆਇਆ, ਉਸਨੇ ਕਿੰਨੀ ਕਹਿਤੀ ਜੀ 1000, ਤੇ ਕਿੰਨੇ ਨਾਲ ਗੁਣਾ ਹੋ ਗਿਆ ਜੀ 10 ਨਾਲ। ਸੋ ਇਹ ਵੀ ਕਿੰਨਾ ਹੋ ਜਾਊਗਾ, ਕਿੰਨੇ ਨਾਲ ਗੁਣਾ ਹੋ ਜਾਊਗਾ 10 ਨਾਲ ਗੁਣਾ ਹੋ ਜਾਊਗਾ, ਕਿੰਨਾ ਆ ਜਾਊਗਾ 12 10 ਆ ਜਾਊਗਾ, ਠੀਕ ਹੈ ਜੀ। ਤੇ ਹੁਣ ਪੈਸੇ ਕਿੰਨੇ ਬਣ ਚੁੱਕੇ ਹੋਣਗੇ 1210 ਰੁਪਏ ਬਣ ਚੁੱਕੇ ਹੋਣਗੇ ਆਫਟਰ 2 ਈਅਰ। ਇਹ ਤਾਂ ਹੋ ਗਿਆ ਮੇਰੇ ਪਿਆਰੇ ਜਿਹੇ ਬੱਚਿਓ ਸਕਸੈਸਿਵ ਇਨਕਰੀਜ਼ ਦੀ ਗੱਲ। ਸੋ ਇਸੇ ਤਰ੍ਹਾਂ ਹੀ ਇੱਕ ਕਨਸੈਪਟ ਜਿਹੜਾ ਅਗਲਾ ਬਚਦਾ ਆਪਣੇ ਕੋਲ, ਉਸ ਨੂੰ ਆਪਾਂ ਪੜ੍ਹਦੇ ਹਾਂ ਸਕਸੈਸਿਵ ਡਿਕਰੀਜ਼। ਜਿਹੜਾ ਸੈਕਿੰਡ ਬਚਦਾ ਹੈ ਸਕਸੈਸਿਵ ਡਿਕਰੀਜ਼। ਹਾਂਜੀ, ਸੋ ਇਸ ਦਾ मीनिंग ਕੀ ਹੋ ਗਿਆ ਮੇਰੇ ਪਿਆਰੇ ਜੀ ਦੋਸਤੋ, ਇਸ ਦਾ मीनिंग ਹੋ ਗਿਆ ਕਿ लगातार कमी, लगातार कमी। डिक्रीज तो मीनिंग तो कमिंग हो गया, सक्सेसिव तो मीनिंग लगातार हो गया, क्योंकि लगातार तो तुसी पीछे पढ़ चुके हो। सक्सेसिव तो मीनिंग की ਹੁੰਦਾ लगातार। सो ਹੁਣ ਗੱਲ ਕਰ ਲੈਣੇ सक्सेसिव डिक्रीज ਦੀ। ਮੰਨ ਲਓ ਕਿ ਜਿੱਦਾਂ ਉਸਨੇ ਇਹ ਗੱਲ ਕਰਤੀ, ਹਾਂਜੀ, ਸੋ ਅਸੀਂ 10% ਦੀ ਗੱਲ ਹੀ ਕਰ ਲੈਂਦੇ ਹਾਂ। 10% ਮੇਰੇ ਪਿਆਰੇ ਬੱਚਿਓ ਕਿੰਦੇ ਬਰਾਬਰ ਹੋਊਗਾ ਜੀ 1/10 ਦੇ ਬਰਾਬਰ ਹੋਊਗਾ। ਇਹ ਕਹਿ ਰਹੇ ਜੀ 10% ਦੀ ਰੇਟ ਦੇ ਨਾਲ, ਠੀਕ ਹੈ ਜੀ, 1000 ਰੁਪਏ ਸੀਗਾ, 1000 ਰੁਪਏ ਸੀਗਾ। ਇਸ ਦੇ ਵਿੱਚ ਲਗਾਤਾਰ 2 ਸਾਲ ਕੀ ਕੀਤੀ ਗਈ ਹੈ ਕਮੀ ਕੀਤੀ ਗਈ ਹੈ। ਤੇ ਹੁਣ ਦੱਸ ਦਿਓ ਵੀ ਅਮਾਉਂਟ ਕਿੰਨੀ ਹੋਊਗੀ, ਅਮਾਉਂਟ ਦੱਸ ਦਿਓ ਵੀ ਕਿੰਨੀ ਹੋਊਗੀ। ਸਵਾਲ ਨੂੰ ਤੁਸੀਂ ਸਮਝ ਗਏ ਹੋਗੇ, ਮੈਂ ਇਸ ਨੂੰ ਸ਼ਾਰਟ ਦੇ ਵਿੱਚ ਹੀ ਲਿਖਿਆ। ਉਸ ਦਾ ਕਹਿਣ ਦਾ मीनिंग ਕੀ ਆ ਕਿ 10% ਦੀ ਰੇਟ ਨਾਲ ਕੋਈ 1000 ਰੁਪਏ ਹੈਗਾ, 10% ਦੀ ਰੇਟ ਨਾਲ ਕੋਈ 1000 ਰੁਪਏ ਹੈਗਾ, ਉਹ 2 ਸਾਲ ਘਟਦਾ ਜਾ ਰਿਹਾ ਹੈ। ਲਗਾਤਾਰ 2 ਸਾਲ ਘਟਿਆ ਕਿਸ ਰੇਟ ਦੇ ਨਾਲ 10% ਦੀ ਰੇਟ ਦੇ ਨਾਲ, ਤੇ 2 ਸਾਲਾਂ ਬਾਅਦ ਕਿੰਨਾ ਰਹਿ ਜਾਊਗਾ ਜਿਹੜਾ 1000 ਰੁਪਏ ਹੈਗਾ। ਗੱਲ ਨੂੰ ਤੁਸੀਂ ਸਮਝ ਗਏ ਹੋਗੇ, ਠੀਕ ਹੈ ਜੀ। ਸੋ ਹੁਣ ਦੇਖਦੇ ਹਾਂ ਕਿ 10% ਜਿਹੜਾ ਸੀਗਾ 10% ਜਿੰਨਾ ਹੋਊਗਾ 1/10 ਹੋਊਗਾ। ਅਗਰ ਗੱਲ ਕਰਦਾ ਵੀ ਵਧਿਆ ਹੈ ਤੇ ਵਧਿਆ ਤਾਂ ਆਪਾਂ ਕਹਿ ਦੇਣਾ ਸੀ ਵੀ 10 ਤੋਂ ਚੀਜ਼ ਕਿੰਨੀ ਹੋ ਗਈ ਹੈ 11 ਹੋ ਗਈ ਹੈ। ਸੋ ਇਸੇ ਤਰ੍ਹਾਂ ਜੇ ਘਟਿਆ ਹੈ ਤੇ 10 ਤੋਂ ਚੀਜ਼ ਕਿੰਨੀ ਰਹੇਗੀ, 10 ਦਾ 10% ਕਿੰਨਾ ਹੋ ਗਿਆ ਜੀ 1 ਹੋ ਗਿਆ। ਪਹਿਲਾਂ 10 ਸੀਗੀ, ਹੁਣ ਕਿੰਨੀ ਰਹਿ ਜੂਗੀ 9 ਰਹਿ ਜੂਗੀ। ਪਹਿਲਾਂ ਕਿੰਨਾ ਸੀਗਾ 10, ਹੁਣ ਕਿੰਨੀ ਰਹਿ ਜੂਗੀ 9 ਰਹਿ ਜੂਗੀ। ਸੋ ਨੈਕਸਟ ਟਾਈਮ ਵੀ ਕਿੰਨੀ ਹੋ ਜੂਗੀ 10 ਤੋਂ 9 ਹੋ ਜੂਗੀ। ਇਹ ਵੀ ਪਹਿਲੇ ਸਾਲ ਦੀ ਗੱਲ ਹੈ, ਇਹ ਕਿਹੜੇ ਸਾਲ ਦੀ ਹੈ, ਇਹ ਦੂਸਰੇ ਸਾਲ ਦੀ ਗੱਲ ਹੈ। ਹੁਣ ਆਪਾਂ ਅੱਗੇ ਤਰ੍ਹਾਂ ਡਾਇਰੈਕਟ ਇਸ ਨੂੰ ਮਲਟੀਪਲਾਈ ਕਰ ਦੋ, ਕਿੰਨਾ ਆ ਜਾਊਗਾ 100 ਆ ਜਾਊਗਾ। ਸੋ ਇਸ ਨੂੰ ਮਲਟੀਪਲਾਈ ਕਰਾਂਗੇ ਕਿੰਨਾ ਆ ਜਾਊਗਾ 81 ਆ ਜਾਊਗਾ।
ठीक है जी। सो इन्नियां गल्लां नूं ध्यान च रखते हुए फिर आपां क्वेश्चन वाल वधांगे डायरैक्ट। इत्थे मेरे प्यारे बच्चों कितना आ जाऊगा 81 आ जाऊगा। हुण देखना गल नूं ध्यान दे नाल। सो आपां तां गल कर रहे 100 और उसने कितना क्या है जी 1000। सो ये वाला मैं अगे भी बोल चुका भी ये जी वैल्यू होगी ये इनिशियल वैल्यू होगी स्टार्टिंग वाली वैल्यू होगी। सो ये जी वैल्यू होगी ये फाइनल वैल्यू होगी अपनी लास्ट वाली अमाउंट होगी। ठीक है जी। सो अपने को तो 100 बनया। सो उसने कितना कहता जी 1000 कहता। सो ये किंदे नाल गुना हो गया जी ये 10 नाल गुना हो गया। सो ये भी किंदे नाल गुना हो जाऊगा जी 10 नाल गुना हो जाएगा किते कितना बन जाएगा 810 हो जाएगा। जदों 10% की रेट नाल जिहड़ा 1000 रुपए सी लगातार 2 साल कमी होगी तो हुण वैल्यू कितनी रह जाएगी 810 रुपए वैल्यू इसकी रह जाएगी। ये सारियां गल्लां नूं ध्यान च रखना। इस ते मैनूं लगदा भी मैं पूरा डिटेल इसका पढ़ा दिता भी इस तो बाद सक्सैसिव दे विचों किसी भी तरीके की किसी भी स्टूडेंट नूं कोई भी दिक्कत नहीं होनी चाहिए क्योंकि सक्सैसिव नूं लैके हर एक बार क्वेश्चन आ रहा है पेपर दे विच। जदों तुसीं CI पढ़ रहे होगे उत्थे भी जाके अप्लाई होगा। सो हुण क्वेश्चन वाल आउंदे आपां। हाँ जी। सो गल करते हैं कि एक पिंड की वर्तमान जी जनसंख्या हैगी वो कितनी हैगी है 67600 सॉरी कितना दिता होया जी अपने को 67600 दिता होया 4% की दर के नाल। ठीक है जी प्रति साल की है वध रही है। ठीक है जी। सो हुण गल इत्थे एक फिर समझण वाली आ कि जिहड़ा आपां सक्सैसिव इंक्रीज लाया या डिक्रीज लगाया उसका इत्थे हुण यूज करांगे। यूज मेरे प्यारे बच्चों किस तरीके नाल करना तुसीं देखो। हुण उसने एक गल करती भी जिहड़े 4% के हिसाब दे नाल 4% के हिसाब दे नाल प्रति साल कोई चीज की है वध रही है। ठीक है जी प्रति साल कोई चीज की है वध रही है जी प्रति साल कोई चीज वध रही है तो फिर की हल की हो गई देखो आराम दे नाल कि तुसीं जिहड़ा चीज नूं पढ़िया उसनूं तुसीं इंप्लीमेंटेशन उसदी कर सकदे हो आराम दे नाल देखो। हाँ जी तो पहली गल कर लेंगे 4%। 4% मेरे प्यारे बच्चों कितने बराबर होगा जी 1/25 के बराबर होगा। ठीक है जी। सो हुण गल कर देंगे भी वध रही है चीज़ तो कहने तो मीनिंग कि 25 तो चीज़ कितनी हो जाएगी 26 हो जाएगी। फिर दूसरे साल गल कर लेंगे तो 25 तो कितनी हो जाएगी 26 हो जाएगी। ठीक है जी। सो हुण गल करते हैं इसनों आप डायरैक्ट मल्टीप्लाई करते हैं तो कितना हो जाएगा 25 25 कितना हो जाएगा 625 हो जाएगा। सो इसकी गल करते हैं तो ये कितना हो जाएगा 676 हो जाएगा। हाँ जी 676 हो जाएगा। 26 का स्केयर 676 होंगे 25 का स्केयर 525 होंगे। हुण उसने ये गल करी भी ठीक है जी 4% की दर नाल वध रही है तो 2 साल पहला पिंड की जनसंख्या कितनी सी। हुण 4% के रेट नाल वधन दे नाल जिहड़ी उसकी जनसंख्या हैगी आ ठीक है जी ये जिहड़ी फाइनल आ अपने कोले। ठीक है जी जिहड़ी 67,600 दिता होया ये अपने कोले फाइनल आ भी 2 साल पहला दी दसनी आपां ये वाली दसनी आ ये तो अपने कोल हैगी आ 2 साल वध के अपने को जनसंख्या कितनी आ चुकी है 67,600 आ चुकी है। सो अपने को 667 का आ चुका है उसने कितना कहता जी 600 सॉरी ठीक है जी 67600 दिता है 676 ठीक है। सो इन्ना तो अपने को दिता होया वैल्यू। ठीक है जी कितनी वैल्यू दी हुई है 600। ठीक है जी पिछे 76 पिछे डबल जीरो हैगी है इसको ध्यान दे नाल देख लो एक बार अपने को इन्नी वैल्यू आ चुकी 676 पिछे कितनी हैगी है डबल जीरो हैगी है तो ये किहदे नाल गुणा हो गया जी 100 दे नाल गुणा हो गया। सो इसनूं भी आपां किहदे नाल गुणा कर देंगे मेरे प्यारे बच्चों इसनूं भी गुणा किहदे नाल कर दो 100 दे नाल ते कितना आ जाएगा। हाँ जी ठीक है जी। सो अपने को जी वैल्यू निकल के आ गई कितनी निकल के आ गई 62500। सो इसकी जी ऑप्शन आऊगी मेरे प्यारे जी बच्चों जी आऊगी वो कि आऊगी ये आऊगी। सो देखो कि जिदा आप पिछे जो कंसैप्ट पढ़िया है उसका मैं डायरैक्ट ही इंप्लीमेंटेशन करती है सक्सैसिव लगा के मैं इसको सॉल्व करता ये तो समझाने की गल आ एक बार समझ गए तो डायरैक्ट ही इंप्लीमेंटेशन कर दोगे इसकी। ठीक है जी जिदा उसने कहता भी 25% वधी आ 25% ਵਧਣ तो मीनिंग कि 25 तो चीज 26 25 तो चीज 26। ठीक है 26 का स्केयर 636 25 का स्केयर कितना हो जाएगा 525 76 676 की वैल्यू कितनी दी हुई है ठीक है जी 676 पिछे डबल जीरो कहने तो मीनिंग कि 100 नाल गुना हो गया तो 525 625 भी कितने हो जाएगा पिछे इनके भी लग जाऊगी डबल जीरो तो आंसर कितना आ जाएगा 625
ठीक है जी, पिछे डबल जीरो। हाँ जी, तो हुण अगले क्वेश्चन वाल वधदे। हाँ जी, किसी चक्कर का अर्ध व्यास 50% घट जाता है। हुण ये गल आपां जिहड़ी पिछे आयत दे विच पढ़ी सीगी, सो उस तरीके का एक क्वेश्चन आ। ये जिहड़ा क्वेश्चन है, ये कोऑपरेटिव बैंक जिहड़ा 2021 दे विच पेपर होया सीगा, उस दे विच पुछया जा चुक्या है। जेकर किसी चक्कर का अर्ध व्यास 50% घट जाता है तो चक्कर के खेत्रफल में की फर्क पवेगा। हुण किन्ने प्रतिशत जिहड़ा चक्कर का एरिया है, सर्कल का जिहड़ा एरिया है, उसके किन्ने प्रतिशत चेंज आऊगा, उसका सवाल ये आ। हुण देखते हैं, हुण गल करते हैं जी 50%। 50% किसके बराबर होगा जी, 1/2। ये मैं बार बार कह रहा कि जी अपनी फ्रैक्शन सी उसमें तुसीं याद करना है, बार बार प्रैक्टिस करके उसमें तुसीं की करना है, याद करना है। सो देखो कि 50%। हुण पहली गल तो एरिया ऑफ सर्कल कितना हुंदा जी, एरिया ऑफ सर्कल ये हुंदा जी पाई आर स्क्वायर। इसनूं ध्यान च रखना जी, जिहड़ा सर्कल का एरिया होगा मेरे प्यारे बच्चों, जिहड़ा सर्कल का एरिया होगा ये किसके बराबर होगा, पाई आर स्क्वायर दे। एक बार ध्यान च रखो इसमें, फिर इस क्वेश्चन को सॉल्व करते हैं, बहुत आराम के नाल करते हैं इसनूं सॉल्व। सो हुण 50% वधन तो मीनिंग की है। हुण पहली गल तो यह आ भी जिहड़ा 50% वधिया, 50% वधन तो मीनिंग की हैगा भी कोई चीज़ कितनी हैगी है, पहला हैगी है जी अपने को चीज़ हैगी है 2, कि उसने कहा भी 50% घट जाता है। हाँ जी बिल्कुल जी, उसका सवाल है कि 50% घट जाता है। 50% घटन तो मीनिंग कि कोई चीज़ 2 सी, हुण कितनी रह जूगी, 1 रह जाए। हुण देखो चीज़ को ध्यान देना, जिहड़ा एरिया ऑफ सर्कल हुंदा है, ठीक है जी, ये कितना हुंदा जी, पाई आर स्क्वायर। हुण पहला गल करते हैं आपां, जदों फस्ट टाइम जदों उसकी आर कितनी सी, मान लो कि मैं इत्थे एक रेट बना ही दिंदा सर्कल, हाँ जी। सो देखते इस चीज़ को, मान लो कि जो पहला सर्कल सीगा उसका, ठीक है जी, सो पहला जो सीगा उसका रेडियस जो है कितना सीगा 2 सेंटीमीटर। पहला तो इस गल को समझना भी जो पहला एरिया का सर्कल सीगा, जो एरिया का सॉरी रेडियस सीगा, ये रेडियस हो गया, रेडियस कितना सीगा 2 सेंटीमीटर, बट 50% घट गया। 50% घटन तो मीनिंग ये देखो 50% के बराबर, 50% कहने तो मीनिंग कि 1 घट गया, हुण कितना रह जाऊगा, 1 रह जाऊगा। आही तो गल होगी ना भी 2 तो हुण कितना रह जाएगा, 1 रह जाएगा। पहला चीज कितनी सी, 2, 2 का 50% कितना, कितना आ गया 1, 2 के विचों 1 घटाता तो कितना हो गया, 1 हो गया। ठीक है जी। सो जो नैक्सट वाला सर्कल आऊगा, जो नैक्सट वाला, ठीक है जी, सो जो इसकी एरिया की गल करते आप, जो इसका रेडियस होगा, ठीक है जी, ये कितना होगा 1 सेंटीमीटर, मान लो कुछ भी मान सकते हो। चलो मैं एक बार इसको सेंटीमीटर से लिख रहा, सेंटीमीटर भी लिख सकते। ठीक है जी, दो गल्लां क्लीयर हो गई भी पहला जो रेडियस 2 सेंटीमीटर 50% घटन तो मीनिंग है कि हुण रेडियस कितना रह गया, 1 सेंटीमीटर रह गया। मैं इसका थोड़ा जिहा कलर चेंज कर दूंगा, हाँ जी, हुण शायद दोनों विजिबिलिटी होगी। अगर पहले पहले सर्कल की आप गल करते हैं, पहले सर्कल की गल करते हैं तो सर्कल का एरिया कितना होगा, पाई आर स्क्वायर होगा। हुण पाई तो उस तरह तुसीं रहने दो, ते आर दा स्क्वायर, आर दा स्क्वायर तो मीनिंग कि 2 दा स्क्वायर कितना हो जाएगा, पाई गुना 4 हो जाऊगा। फर्स्ट टाइम की मैं गल कर रहा, फर्स्ट टाइम, ठीक है जी, फर्स्ट टाइम कितना एरिया हो जाएगा, पाई 4 हो जाऊगा, ਜਾਂ ये लिख ली 4 गुना 4 पाई हो जाऊगा। सो सैकेंड टाइम कितना हो जाऊगा, सैकेंड टाइम आर की वैल्यू कितनी हैगी 1 हैगी, तो सैकेंड टाइम कितना हो जाऊगा, सैकेंड टाइम हो जाऊगा पाई, ठीक है जी, इतने 1 आ जाऊगा, क्योंकि 1 का स्क्वायर 1 ही रहना, 2 का स्क्वायर 4 हो गया। हुण देखना जी इन्हां दा प्रतिशत चेंज की हो गया, प्रतिशत चेंज दे देखते हैं, जेकर इन्हां दी आपां गल करदे कंपैरिजन कर दिंदे आ, पाई नाल पाई तां कट गई, पाई नाल पाई तां कट जूगी। ਜਿਹੜੀ कोई चीज़ 4 ਸੀਗੀ ਹੁਣ कितनी रह गई है, 1 रह गई है। ਜਿਹੜੀ चीज़ कोई 4 ਸੀਗੀ ਹੁਣ कितनी रह गई है जी, 1 रह गई है। जे 4 सी चीज़ ਹੁਣ 1 रह गई आ तो किन्ने का फर्क पै गया जी, 3 का फर्क पै गया, 3 का फर्क पै गया किहदे उपर, 4 के उपर।
ਸੋ ਗੁਣਾ ਕਰ ਦਿੰਦੇ ਆਪਾਂ 100%, ਕਿੰਨਾ ਆ ਜਾਊਗਾ 25 ਚੌਕਾ 100 ਆ ਜਾਊਗਾ ਤੇ ਕਿੰਨਾ ਆ ਜਾਊਗਾ 25 ਤੀਆ 75%। ਕਿੰਨਾ ਮੇਰੇ ਪਿਆਰੇ ਬੱਚੋ ਆ ਜਾਊਗਾ 25 ਤੀਆ 75%। ਹੁਣ ਸਵਾਲ ਹੈ ਵੀ 75% ਜਿਹੜਾ ਆਨਸਰ ਆ ਗਿਆ ਆਪਣੇ ਕੋਲ, ਇਹ 75% ਵਧੀਆ ਚੀਜ਼ ਜਾਂ ਫਿਰ ਘਟੀਆ। ਹੁਣ ਦੇਖੋ ਕਿ ਪਹਿਲਾਂ 4 ਸੀਗਾ ਤੇ ਹੁਣ ਕਿੰਨਾ ਹੋ ਗਿਆ 1 ਹੋ ਗਿਆ। 75% ਜਿਹੜਾ ਹੈਗਾ ਇਹ ਡਿਕਰੀਜ਼ ਆਊਗਾ। ਸੋ ਆਪਸ਼ਨ ਜਿਹੜੀ ਆਊਗੀ ਉਹ ਜਿਹੜੀ ਆਊਗੀ ਮੇਰੇ ਪਿਆਰੇ ਬੱਚਿਓ ਇਹ ਆਪਸ਼ਨ ਆਊਗੀ। ਕਿਸ ਤਰ੍ਹਾਂ ਤੁਸੀਂ ਡਾਇਰੈਕਟ ਕਿਸ ਤਰੀਕੇ ਨਾਲ ਕਰ ਸਕਦੇ ਹੋ, ਇਹ ਤਾਂ ਹੋਗੀ ਡਿਟੇਲ। ਡਾਇਰੈਕਟ ਕਿਸ ਤਰੀਕੇ ਨਾਲ ਕਰ ਸਕਦੇ ਹੋ, ਸਵਾਲ ਇਹ ਉੱਠ ਕੇ ਆਉਂਦਾ ਵੀ ਤੁਸੀਂ ਡਾਇਰੈਕਟ ਪੇਪਰ ਦੇ ਵਿੱਚ ਕਿਸ ਤਰੀਕੇ ਨਾਲ ਕਰਨਾ। ਹਾਂਜੀ, ਸੋ ਡਾਇਰੈਕਟ ਦੇਖਣਾ ਜੀ 50% ਕਿੰਨਾ ਹੁੰਦਾ ਜੀ 2, 1/2। ਸੋ ਪਹਿਲਾ ਜਿਹੜਾ ਰੇਡੀਅਸ ਹੋਵੇਗਾ 2 ਹੋਵੇਗਾ, ਬਾਅਦ ਚ ਕਿੰਨਾ ਰਹਿ ਜਾਵੇਗਾ 1 ਰਹਿ ਜਾਵੇਗਾ। ਸੋ ਏਰੀਆ ਦੇਖ ਲਓ ਕਿੰਨਾ ਹੁੰਦਾ ਜੀ ਪਾਈ ਆਰ ਸਕੁਅਰ, ਕਹਿਣ ਤੋਂ ਮੀਨਿੰਗ ਕਿ ਕਿੰਨਾ ਬਣ ਜਾਵੇਗਾ ਪਾਈ ਗੁਣਾ 4 ਬਣ ਜਾਵੇਗਾ। ਸੋ ਇਸ ਦੀ ਗੱਲ ਕਰਦੇ ਇਹ ਕਿੰਨਾ ਹੁੰਦਾ ਜੀ ਪਾਈ ਆਰ ਸਕੁਅਰ, ਹੁਣ ਕਿੰਨਾ ਰਹਿ ਜਾਊਗਾ ਪਾਈ ਗੁਣਾ 1 ਰਹਿ ਜਾਵੇਗਾ। ਸੋ ਪਾਈ ਨਾਲ ਪਾਈ ਤਾਂ ਕੈਂਸਲ ਹੋ ਗਿਆ, ਜਿਹੜਾ ਪਹਿਲਾਂ 4 ਸੀਗਾ ਹੁਣ ਕਿੰਨਾ ਰਹਿ ਗਿਆ 1, ਕਿੰਨੇ ਦਾ ਫਰਕ ਰਹਿ ਗਿਆ 3 ਦਾ, ਕਿੰਨੇ ਉੱਪਰ 4 ਉੱਪਰ ਗੁਣਾ ਕਿੰਨੇ ਨਾਲ ਕਰ ਦੋ 100% ਦੇ ਨਾਲ, ਕਿੰਨਾ ਆ ਜਾਵੇਗਾ 25 25 ਤੀਆ 75। ਸੋ ਇਸ ਦੀ ਆਪਸ਼ਨ ਜਿਹੜੀ ਆਊਗੀ ਇਹ ਆਊਗੀ। ਸੋ ਅਗਲੇ ਕੁਐਸਚਨ ਵੱਲ ਦੇਖਦੇ ਹਾਂ। ਹਾਂਜੀ, ਅੱਜ ਦੀ ਕਲਾਸ ਦਾ ਮੇਰੇ ਪਿਆਰੇ ਜੀ ਬੱਚਿਓ ਲਾਸਟ ਕੁਐਸਚਨ ਆ, ਠੀਕ ਹੈ ਜੀ। ਸਾਰੇ ਬੱਚਿਆਂ ਨੇ ਇੱਕ ਵਾਰ ਇਸ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ। ਹਾਂਜੀ, ਸੋ ਇੱਕ ਆਈ ਦੀ ਲੰਬਾਈ 10% ਵਧੀ ਹੈ ਅਤੇ ਚੌੜਾਈ 10% ਘਟੀ ਹੈ ਤੇ ਫਿਰ ਨਵੇਂ ਆਈ ਦਾ ਖੇਤਰਫਲ ਕੀ ਹੋਵੇਗਾ, ਪ੍ਰਤੀਸ਼ਤ ਚੇਂਜ ਕਿੰਨਾ ਹੋਵੇਗਾ ਕਿੰਦੇ ਵਿੱਚ, ਸਰਕਲ ਸੌਰੀ ਆਈ ਦੇ ਵਿੱਚ। ਸੋ ਇਹ ਜਿਹੜਾ ਕੁਐਸਚਨ ਆ ਮੇਰੇ ਪਿਆਰੇ ਬੱਚਿਓ ਮੈਨੂੰ ਲੱਗਦਾ ਮੈਂ ਲਾਸਟ ਕਲਾਸ ਦੇ ਵਿੱਚ ਕਰਵਾ ਚੁੱਕਿਆ, ਜਿਹੜੇ ਬੱਚਿਆਂ ਨੇ ਦੇਖੀ ਦੇਖ ਸਕਦੀ ਹੈ, ਠੀਕ ਹੈ ਜੀ। ਇਹ ਤਹਿਸੀਲਦਾਰ ਔਰ ਵੈਲਫੇਅਰ ਆਫਸਰ ਜਿਹੜਾ 2016 ਦੇ ਵਿੱਚ ਪੇਪਰ ਹੋਇਆ ਸੀਗਾ, ਉਸ ਦੇ ਵਿੱਚ ਇਹ ਕੁਐਸਚਨ ਆਇਆ। ਹੁਣ ਉਹੀ ਸਵਾਲ ਆ, ਤੁਸੀਂ ਇਸ ਨੂੰ ਅਲੱਗ-ਅਲੱਗ ਵੇ ਦੇ ਵਿੱਚ ਵੀ ਕਰ ਸਕਦੇ ਹੋ, ਡਾਇਰੈਕਟ ਵੀ ਕਰ ਸਕਦੇ ਹੋ, ਕੋਈ ਮੈਨੂੰ ਲੱਗਦਾ ਨਹੀਂ ਵੀ ਇਸ ਦੇ ਵਿੱਚ ਕੋਈ ਵੱਡੀ ਗੱਲ ਹੈਗੀ ਆ। ਸੋ ਇਸ ਦੀ ਗੱਲ ਕਰੀ ਹੋਈ ਹੈ ਕਿ ਜਦੋਂ ਵੀ ਕੋਈ A% ਚੀਜ਼ ਵੱਧ ਰਹੀ ਆ ਤੇ A% ਚੀਜ਼ ਘਟ ਰਹੀ ਆ, ਜਦੋਂ ਵੀ ਕੋਈ A% ਚੀਜ਼ ਵੱਧ ਜਾਏ ਤੇ A% ਚੀਜ਼ ਘਟ ਜਾਏ ਤੇ ਹਮੇਸ਼ਾ ਕੀ ਹੋਊਗਾ ਮੇਰੇ ਪਿਆਰੇ ਬੱਚਿਓ, ਆਲਵੇਜ਼ ਕੀ ਹੋਊਗਾ, ਆਲਵੇਜ਼ ਉਸ ਨੂੰ ਲਾਸ ਹੋਵੇਗਾ, ਆਲਵੇਜ਼ ਕੀ ਹੋਵੇਗਾ ਉਸ ਨੂੰ ਲਾਸ ਪਰਸੈਂਟ ਹੋਵੇਗਾ, ਜਾਂ ਆਪਾਂ ਇਹ ਕਰ ਦਈਏ ਕੀ ਹੋਵੇਗਾ ਲਾਸ ਹੋਊਗਾ। ਸੋ ਲਾਸ ਹੋਵੇਗਾ ਕਿੰਨੇ ਦਾ, ਲਾਸ ਪਰਸੈਂਟ ਕਿੱਦਾਂ ਕੱਢਾਂਗੇ, ਇਸ ਨੂੰ ਤੁਸੀਂ ਡਾਇਰੈਕਟ ਕਰ ਦਿਓ A²/100। ਸੋ A ਦੀ ਵੈਲਿਊ ਕਿੰਨੀ ਹੈਗੀ ਹੈ ਜੀ 10, 10 ਦਾ ਸਕੁਅਰ ਕਰਾਂਗੇ ਕਿੰਨਾ ਆ ਜਾਵੇਗਾ 100, 100/100 ਕਿੰਨਾ ਆ ਜਾਊਗਾ, ਇਸ ਦਾ ਆਨਸਰ ਕਿੰਨਾ ਆ ਜਾਊਗਾ 1 ਆ ਜਾਵੇਗਾ। ਸੋ ਆਪਸ਼ਨ ਜਿਹੜੀ ਮੇਰੇ ਪਿਆਰੇ ਬੱਚੇ ਜਿਹੜੀ ਆਊਗੀ ਉਹ ਕੀ ਆਵੇਗੀ ਵੀ 1% ਦੀ ਕੀ ਆਵੇਗਾ ਘੱਟ ਆਵੇਗਾ, ਡਿਕਰੀਜ਼ ਹੋ ਜਾਵੇਗਾ ਤੇ ਆਪਸ਼ਨ ਨੰਬਰ ਕਿਹੜੀ ਹੋ ਜੂਗੀ ਸੀ ਹੋ ਜੂਗੀ। ਸੋ ਇਸੇ ਤਰ੍ਹਾਂ ਮੇਰੇ ਪਿਆਰੇ ਜੀ ਬੱਚਿਓ ਆਉਣ ਵਾਲੀ ਜਿਹੜੀ ਕਲਾਸਿਸ ਹੈਗੀਆਂ ਨੇ ਬਹੁਤ ਇੰਪੋਰਟੈਂਟ ਰਹਿਣ ਵਾਲੀਆਂ ਨੇ। ਸੋ ਇਸੇ ਤਰ੍ਹਾਂ ਡਿਟੇਲ ਦੇ ਵਿੱਚ ਹੀ ਪੜਾਂਗੇ ਕਿ ਦੁਬਾਰਾ ਤੋਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਪਰਸੈਂਟੇਜ ਦਾ ਛੋਟਾ ਜਿਹਾ ਪੁਆਇੰਟ ਵੀ ਆਪਾਂ ਨਾ ਛੱਡੀਏ। ਸਾਰਿਆਂ ਨੂੰ ਮੈਂ ਕਨਸੈਪਚੁਅਲ ਪੜ੍ਹਾ ਰਿਹਾ, ਨਹੀਂ ਕਿ ਮੈਂ ਕੋਈ ਡਾਇਰੈਕਟ ਅਗਰ ਸੋਲਵ ਕਰਨ ਤੇ ਆਈਏ ਤਾਂ ਮੈਨੂੰ ਲੱਗਦਾ ਵੀ ਕਲਾਸ ਬਹੁਤ ਜਲਦੀ ਖਤਮ ਹੋ ਜਾਊਗੀ। ਸੋ ਸਾਰੇ ਮੇਰੇ ਪਿਆਰੇ ਦੋਸਤਾਂ ਨੇ ਇੱਕ ਵਾਰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਔਰ ਵੀਡੀਓ ਨੂੰ ਜਿੱਥੋਂ ਤੱਕ ਵੀ ਪਹੁੰਚਾ ਸਕਦੇ ਹੋ, ਠੀਕ ਹੈ ਜੀ, ਵੱਧ ਤੋਂ ਵੱਧ ਸ਼ੇਅਰ ਕਰਨਾ। ਹਲੋ।